हाँ जी, गुड मॉर्निंग साਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਆਫਿਸ ਹੈਗਾ ਸਾਡਾ ਫੁਹਾਰਾ ਚੌਕ ਦੇ ਪਾਸ ਨਾ ਯਾਦਵਿੰਦਰਾ ਕਲੋਨੀ ਹੈ। ਫੁਹਾਰਾ ਚੌਕ ਦੇ ਪਾਸ ਯਾਦਵਿੰਦਰਾ ਕਲੋਨੀ ਹੈ। ਹਾਂ, ਯਾਦਵਿੰਦਰਾ ਕਲੋਨੀ ਜਿੱਥੇ ਡਾਕਟਰ ਮਨਮੋਹਨ ਸਿੰਘ ਜੀ ਹੁੰਦੇ ਆ। ਜਦੋਂ ਆਪਾਂ ਮੇਨ ਰੋਡ ਤੋਂ ਐਂਟਰ ਕਰਦੇ ਹਾਂ ਅੰਦਰ ਤਾਂ ਅੱਗੇ ਜਾ ਕੇ ਟੀ ਪੁਆਇੰਟ ਬਣ ਜਾਂਦਾ ਹੈ। ਲੈਫਟ ਸਾਈਡ ਤੇ ਡਾਕਟਰ ਮਨਮੋਹਨ ਸਿੰਘ ਹੈ ਤੇ ਰਾਈਟ ਸਾਈਡ ਤੇ ਲਾਸਟ ਵਾਲੀ ਕੋਠੀ, ਦੂਜੀ ਸੈਕੰਡ ਵਾਲੀ ਕੋਠੀ 'ਚ ਸਾਡਾ ਆਫਿਸ ਹੈ, ਬੇਸਮੈਂਟ ਦੇ ਵਿੱਚ ਸਾਰੀ 'ਚ। 60 ਨੰਬਰ ਹੈ, 60 ਕੋਠੀ ਨੰਬਰ 60 ਯਾਦਵਿੰਦਰਾ ਕਲੋਨੀ। ਹਾਂਜੀ, ਨੀਅਰ ਫੁਹਾਰਾ ਚੌਕ ਜਿੱਥੇ ਮੋਹਨ ਕੌਂਟੀਨੈਂਟਲ ਹਸਪੀਟਲ ਹੈ ਨਾ, ਸੌਰੀ ਹੋਟਲ ਮੋਹਨ ਕੌਂਟੀਨੈਂਟਲ ਹੈਗਾ ਨਾ, ਉਹਦੇ ਨਾਲ ਹੀ ਰੋਡ ਅੰਦਰ ਜਾਂਦੀ ਹੈ। ਹਾਂਜੀ, ਮੈਨੂੰ ਕਾਲ ਕਰ ਲਿਓ, ਇੱਕ ਵਾਰੀ ਕਾਲ ਕਰ ਲਿਓ। ਹਾਂਜੀ ਜੀ। ਹਾਂਜੀ, ਸਟਾਰਟ ਕਰਨ ਲੱਗਿਆ ਅਸੀਂ। ਸਾਡਾ ਇਸ ਤੋਂ ਪਹਿਲਾਂ ਜਿਹੜਾ ਲੈਕਚਰ ਸੀਗਾ ਉਹ ਹਲਕਾ ਰਿਵਿਊ ਕਰਾਂਗੇ ਜੀ। ਅਸੀਂ ਇਸ ਤੋਂ ਪਹਿਲਾਂ ਪੜ੍ਹਿਆ ਸੀ ਲਾਸਟ ਲੈਕਚਰ ਦੇ ਵਿੱਚ ਆਰਬਿਟ੍ਰੇਸ਼ਨ, ਪੰਜਾਬ ਲੈਂਡ ਰੈਵਨਿਊ ਐਕਟ 1887 ਚੈਪਟਰ 10 ਪੜ੍ਹਿਆ ਸੀਗਾ ਜੀ, ਆਰਬਿਟ੍ਰੇਸ਼ਨ, ਜਿਹਦੇ ਸੈਕਸ਼ਨ ਸੀ 127 ਤੋਂ ਲੈ ਕੇ 135 ਤੱਕ। ਇਹ ਅਸੀਂ ਲਾਸਟ ਲੈਕਚਰ 'ਚ ਪੜ੍ਹੇ ਸੀਗੇ। ਮੈਂ ਥੋੜਾ ਇਸ ਨੂੰ ਰਿਵਿਊ ਕਰਾਂਗਾ, ਰਿਵਾਈਜ਼ ਕਰਾਂਗਾ। ਇਹਦੇ ਵਿੱਚ ਕੀ ਸੀਗਾ ਜੀ, ਸੈਕਸ਼ਨ 127 ਪਾਵਰ ਟੂ ਰੈਫਰ ਟੂ ਆਰਬਿਟ੍ਰੇਸ਼ਨ। ਜਦੋਂ ਕੋਈ ਡਿਸਪਿਊਟ ਕਿਸੇ ਰੈਵਨਿਊ ਆਫਿਸਰ ਦੀ ਅਦਾਲਤ ਦੇ ਵਿੱਚ ਪੈਂਡਿੰਗ ਹੁੰਦਾ ਹੈ ਤਾਂ ਰੈਵਨਿਊ ਆਫਿਸਰ ਵਿਦ ਦ ਕੰਸੈਂਟ ਆਫ ਬੋਥ ਦ ਪਾਰਟੀਜ਼, ਡਿਸਪਿਊਟ ਕੈਸਾ ਹੋ ਸਕਦਾ ਹੈ? ਡਿਸਪਿਊਟ ਹੋ ਸਕਦਾ ਹੈ ਰੈਵਨਿਊ ਦੀ ਐਂਟਰੀ, ਰਿਕਾਰਡ ਆਫ ਰਾਈਟ ਦੇ ਵਿੱਚ ਕੋਈ ਰੈਵਨਿਊ ਦੀ ਐਂਟਰੀ ਨੂੰ ਲੈ ਕੇ, ਕੋਈ ਗਰਦਾਰੀ ਨੂੰ ਲੈ ਕੇ, ਜਮ੍ਹਾਂਬੰਦੀ ਨੂੰ ਲੈ ਕੇ ਕੋਈ ਗਲਤ ਐਂਟਰੀ ਹੋ ਗਈ ਹੋਵੇ, ਉਸ ਐਂਟਰੀ ਦੇ ਰਿਗਾਰਡਿੰਗ ਫਰਵਰ ਦਰਜ ਹੋਈ ਹੋਵੇ, ਉਸ ਐਂਟਰੀ ਦੇ ਰਿਗਾਰਡਿੰਗ ਕੋਈ ਡਿਸਪਿਊਟ ਪਾਰਟੀਆਂ ਦੇ ਵਿਚਕਾਰ ਹੋਵੇ, ਜਾਂ ਜਦੋਂ ਅਸੈਸਮੈਂਟ ਹੋਈ ਹੁੰਦੀ ਹੈ, ਅਸੈਸਮੈਂਟ ਨੂੰ ਲੈ ਕੇ ਜਦੋਂ ਡਿਸਟ੍ਰੀਬਿਊਸ਼ਨ ਹੁੰਦੀ ਹੈ ਅਸੈਸਮੈਂਟ ਦੀ, ਕਿ ਮਾਮਲਾ ਜਿਹੜਾ ਡਿਸਟ੍ਰੀਬਿਊਟ ਕੀਤਾ ਜਾਂਦਾ ਖੇਵਟ ਦੇ ਵੱਖ-ਵੱਖ ਮਾਲਕਾਂ ਦੇ ਖੇਵਟਾਂ ਨੂੰ ਮਾਮਲਾ ਲਗਾਇਆ ਜਾਂਦਾ ਵੱਖ-ਵੱਖ, ਉਸ ਨੂੰ ਲੈ ਕੇ ਕੋਈ ਡਿਸਪਿਊਟ ਕ੍ਰੀਏਟ ਹੋਇਆ ਹੋਵੇ, ਜਾਂ ਕਿਸੇ ਨੰਬਰ ਖਸਰਾਂ ਨੂੰ ਜਾਂ ਕਿਸੇ ਖੇਵਟ ਦੇ ਨੰਬਰ ਖਸਰਾਂ ਨੂੰ, ਕਿਸੇ ਹੋਲਡਿੰਗ ਨੂੰ ਲੈ ਕੇ, ਕਿਸੇ ਖੇਤ ਦੀ ਨਿਸ਼ਾਨਦੇਹੀ ਨੂੰ ਲੈ ਕੇ ਕੋਈ ਡਿਸਪਿਊਟ ਹੋਵੇ ਪਾਰਟੀਆਂ ਦੇ ਵਿਚਕਾਰ, ਜਾਂ ਤਰੀਕਾ ਤਕਸੀਮ ਨੂੰ ਲੈ ਕੇ, ਜਾਂ ਜਦੋਂ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਕੋਈ ਤਕਸੀਮ ਦਾ ਕੇਸ ਚੱਲ ਰਿਹਾ ਹੋਵੇ, ਉਸ ਤਕਸੀਮ ਦੇ ਕੇਸ ਨੂੰ ਲੈ ਕੇ ਕੋਈ ਤਰੀਕਾ ਤਕਸੀਮ ਬਣਾਉਣਾ ਹੋਵੇ, ਉਸ ਨੂੰ ਲੈ ਕੇ ਕੋਈ ਡਿਸਪਿਊਟ ਹੋਵੇ, ਤਾਂ ਰੈਵਨਿਊ ਆਫਿਸਰ ਵਿਦ ਦ ਕੰਸੈਂਟ ਆਫ ਬੋਥ ਦ ਪਾਰਟੀਜ਼ ਜਿਹੜਾ ਇਹ ਮਾਮਲਾ ਹੈਗਾ ਸਾਲਸਾਂ ਦੇ ਅਧੀਨ ਸਾਲਸ ਨਿਯੁਕਤ ਕਰ ਸਕਦਾ ਹੈ। ਸਾਲਸ ਜਿਹਨੂੰ ਅਸੀਂ ਆਰਬਿਟਰੇਟਰ ਕਹਿ ਦਿੰਦੇ ਹਾਂ, ਸਾਡੇ ਲੈਂਡ ਰੈਵਨਿਊ ਐਕਟ ਦੇ ਵਿੱਚ ਇਸ ਨੂੰ ਅਸੀਂ ਆਰਬਿਟਰੇਟਰ ਕਹਿੰਦੇ ਹਾਂ, ਪੰਜਾਬੀ 'ਚ ਅਸੀਂ ਇਸ ਨੂੰ ਸਾਲਸ ਕਹਿ ਦਿੰਦੇ ਹਾਂ। ਵੀ ਸਾਲਸ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਵਿਦ ਦ ਕੰਸੈਂਟ ਆਫ ਬੋਥ ਦ ਪਾਰਟੀਜ਼, ਦੋਨੋਂ ਪਾਰਟੀਆਂ ਦੀ ਰਜਾਮੰਦੀ ਦੇ ਨਾਲ ਜਿਹੜਾ ਮਾਮਲਾ ਹੈਗਾ ਉਹ ਸਾਲਸਾਂ ਨੂੰ ਸੌਂਪਿਆ ਜਾਂਦਾ ਹੈ। ਵੀ ਸਾਲਸ ਨੇ ਕੀ ਕਰਨਾ ਹੈ ਅੱਗੇ ਫਰਦਰ ਆਪਾਂ ਡਿਸਕਸ ਕਰਾਂਗੇ। ਕੋਈ ਵੀ ਰੈਵਨਿਊ ਆਫਿਸਰ ਦੋਨੋਂ ਪਾਰਟੀ ਦੀ ਕੰਸੈਂਟ ਦੇ ਨਾਲ ਸਾਲਸ ਨਿਯੁਕਤ ਕਰੇਗਾ, ਪਰ ਸਬਸੈਕਸ਼ਨ 2 ਦੇ ਵਿੱਚ ਕੀ ਹੈ, ਕਲੈਕਟਰ ਜਾਂ AC ਫਸਟ ਗ੍ਰੇਡ, ਉੱਥੇ ਉਹਨੂੰ ਕੰਸੈਂਟ ਲੈਣ ਦੀ ਲੋੜ ਨਹੀਂ, ਉਹ ਆਪਦੇ ਪੱਧਰ ਤੇ ਵੀ ਜਿਹੜੀ ਸਾਲਸਾਂ ਦੀ ਨਿਯੁਕਤੀ ਦੇ ਲਈ ਆਰਡਰ ਕਰ ਸਕਦਾ ਹੈ ਵੀ ਦੋਹੇ ਤਰ੍ਹਾਂ ਆਪਣੇ ਆਪਣੇ ਸਾਲਸ ਦੇਣ। ਅੱਗੇ ਸੈਕਸ਼ਨ 128 ਸੀਗਾ ਜੀ, ਇਹਦੇ ਵਿੱਚ ਕੀ ਹੈ, ਆਰਡਰਸ ਆਫ ਦਾ ਰੈਫਰੈਂਸ ਐਂਡ ਕੰਟੈਂਟਸ ਦੀਜ਼ ਆਫ, ਵੀ ਜਿਹੜਾ ਆਰਡਰ ਕਰਨਾ ਹੈ ਰੈਵਨਿਊ ਆਫਿਸਰ ਨੇ, ਜਿਹੜਾ ਮਾਮਲਾ ਹੈਗਾ ਕੋਈ ਵੀ ਡਿਸਪਿਊਟ ਹੈਗਾ ਜਦੋਂ ਸਾਲਸਾਂ ਦੇ ਅਧੀਨ ਸਾਲਸਾਂ ਨੂੰ ਸੌਂਪਣਾ ਹੈ, ਤਾਂ ਜਿਹੜਾ ਉਹ ਆਰਡਰ ਕਰਨਾ ਹੈ ਉਹ ਸੈਲਫ ਸਪੀਕਿੰਗ ਆਰਡਰ ਹੋਣਾ ਚਾਹੀਦਾ ਹੈ। ਉਹਦੇ ਵਿੱਚ ਆਰਡਰ ਦੇ ਵਿੱਚ ਪੂਰੇ ਕੰਟੈਂਟਸ ਹੋਣੇ ਚਾਹੀਦੇ ਨੇ ਵੀ ਕੀ ਇਹ ਮਾਮਲਾ ਹੈਗਾ ਤੇ ਤੁਸੀਂ ਕੀ ਕਰਨਾ ਹੈ, ਤੇ ਨਾਲ ਹੀ ਇਹ ਦੱਸਿਆ ਜਾਣਾ ਚਾਹੀਦਾ ਵੀ ਕਿਹੜੀ ਪਾਰਟੀ ਵੱਲੋਂ ਕਿੰਨੇ ਜਿਹੜੇ ਆਰਬਿਟਰੇਟਰ ਨੇ, ਕਿੰਨੇ ਸਾਲਸ ਸੌਂਪੇ ਜਾਣੇ ਨੇ ਆਰਬਿਟਰੇਟਰ ਨੂੰ। ਇੱਕ ਸਾਲਸ ਇੱਕ ਪਾਰਟੀ ਦੇਗੀ ਜਾਂ ਦੋ ਸਾਲਸ ਦੇਵੇਗੀ, ਤੇ ਨਾਲ ਹੀ ਸਮਾਂ ਦਿੱਤਾ ਜਾਏਗਾ ਵੀ ਕਿੰਨੇ ਸਮੇਂ ਦੇ ਅੰਦਰ ਪਾਰਟੀਆਂ ਆਪਣਾ ਸਾਲਸ ਦੇਣਗੀਆਂ। ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਵੀ ਜਿਹੜੀ ਇਹ ਅਵਾਰਡ ਹੈ ਸਾਲਸਾਂ ਨੇ ਕਦੋਂ ਕਿੰਨੇ ਸਮੇਂ ਦੇ ਅੰਦਰ ਜਿਹੜੀ ਸਾਲਸਾਂ ਨੇ ਆਪਦਾ ਜਿਹੜਾ ਫੈਸਲਾ ਹੈਗਾ ਅਵਾਰਡ ਦੇਣੀ ਹੈ, ਫੈਸਲਾ ਦੇਣਾ ਹੈ,
ਸਾਲਸਾ ਦੇ ਉੱਪਰ ਟਾਈਮ ਵੀ ਲਿਮਿਟ ਕੀਤਾ ਜਾਂਦਾ ਵੀ ਇੰਨੇ ਸਮੇਂ ਦੇ ਅੰਦਰ ਅੰਦਰ, 1 ਹਫ਼ਤੇ ਦੇ ਅੰਦਰ ਜਾਂ ਕਿੰਨੇ ਸਮੇਂ ਦੇ ਅੰਦਰ ਤੁਸੀਂ ਆਪਣਾ ਜਿਹੜਾ ਹੈਗਾ ਫੈਸਲਾ ਸੁਣਾਉਣਾ ਹੈ, ਇਸ ਰੈਵਨਿਊ ਕੋਰਟ ਨੂੰ ਸੌਂਪਣਾ ਹੈ। ਇਹ ਸਮਾਂ ਵੀ ਨਿਯਤ ਕੀਤਾ ਜਾਵੇਗਾ। ਤੇ ਸੈਕਸ਼ਨ 128 ਦੀ ਜਿਹੜੀ ਸਬ ਸੈਕਸ਼ਨ 2 ਹੈ, ਉਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਜਿਹੜੀ ਸਾਲਸਾਂ ਦੀ ਨਿਯੁਕਤੀ ਕਰਨੀ ਹੈ, ਇਕੁਅਲ ਨੰਬਰ ਆਫ ਸਾਲਸ ਹੋਣੇ ਚਾਹੀਦੇ ਨੇ, ਇਕੁਅਲ ਨੰਬਰ ਆਫ ਆਰਬੀਟਰਸ ਹੋਣੇ ਚਾਹੀਦੇ ਦੋਨੇ ਪਾਰਟੀਆਂ ਨੂੰ। ਜੇ ਇੱਕ ਪਾਰਟੀ ਨੂੰ ਇੱਕ ਸਾਲਸ ਨਿਯੁਕਤੀ ਸਾਲਸ ਦੇਣ ਦੇ ਲਈ ਕਿਹਾ ਤਾਂ ਦੂਜੀ ਪਾਰਟੀ ਵੀ 1 ਦੇਵੇਗੀ, ਜੇ ਇੱਕ ਪਾਰਟੀ ਨੂੰ 2 ਲਈ ਕਿਹਾ ਤਾਂ ਦੂਜੀ ਪਾਰਟੀ ਵੀ 2 ਦੇਵੇਗੀ। ਆਵਾਜ਼ ਨਹੀਂ ਆ ਰਹੀ? ਚੈੱਕ ਕਰਨਾ ਬੇਟਾ, ਬਾਕੀ ਨੂੰ ਆਵਾਜ਼ ਆ ਰਹੀ ਹੈ ਜੀ? जरा माइक चेक करो प्लीज, ਤੁਸੀਂ ਆਪਣਾ ਮਾਈਕ ਦੇਖੋ ਜੀ ਕੀ ਪ੍ਰੋਬਲਮ ਹੈ। ਨਹੀਂ ਇੱਥੇ ਤੇ ਕੋਈ ਬੰਦਿਸ਼ ਨਹੀਂ ਹੈ, ਆਰਬੀਟਰ ਕੋਈ ਵੀ ਹੋ ਸਕਦਾ ਹੈ। ਆਪਾਂ ਮਾਮਲਾ ਦੇ ਨਹੀਂ ਦਿੰਦੇ ਪਿੰਡ ਦੇ ਨੰਬਰਦਾਰ ਨੂੰ, ਸਰਪੰਚਾਂ ਨੂੰ, ਮੌਜੂਦ ਬੰਦਿਆਂ ਨੂੰ ਵੀ ਤੁਸੀਂ ਫੈਸਲਾ ਕਰਾ ਦਿਓ। ਜਸਟ ਇਹ ਉਹ ਚੀਜ਼ ਹੈਗੀ ਹੈ, ਪਿੰਡ ਦੇ ਪਤਵੰਤੇ ਲੋਕ ਜਿੱਥੇ ਸਾਨੂੰ ਲੱਗਦਾ ਵੀ ਇਹ ਬੰਦਾ ਫੈਸਲਾ ਕਰਵਾ ਸਕਦਾ ਹੈ, ਠੀਕ ਹੈ। ਏਦਾਂ ਦੇ ਉਹ ਧਿਰਾਂ 'ਚ ਆਪਸੀ ਡਿਸਪਿਊਟ ਹੁੰਦਾ, ਦੋ ਧਿਰ, ਇੱਕ ਧਿਰ ਨੇ ਆਪਣੇ 2 ਬੰਦੇ ਤੇ, ਦੂਜੀ ਧਿਰ ਨੇ ਆਪਣੇ 2 ਬੰਦੇ ਦਿੱਤੇ, ਠੀਕ ਹੈ। ਤੇ ਉਦੋਂ ਉਹ ਜਿਹੜੇ ਆਪਣਾ ਫੈਸਲਾ ਕਰਨਗੇ, ਕੀ ਫੈਸਲਾ ਸੁਣਾਉਂਦੇ ਆ, ਉਹ ਰੈਵਨਿਊ ਕੋਰਟ ਨੂੰ ਫੈਸਲਾ ਦੇਣਗੇ ਆਪਣਾ। ਤੇ 128 ਦਾ ਸਬ ਸੈਕਸ਼ਨ 3 ਹੈਗਾ ਐਕਸਟੈਂਸ਼ਨ ਆਫ ਟਾਈਮ। ਜਦੋਂ ਸਾਲਸ ਨਿਯੁਕਤੀ ਦਾ ਜਿਹੜਾ ਸਮਾਂ ਹੈਗਾ ਪਾਰਟੀ ਨੂੰ ਦਿੱਤਾ ਜਾਂਦਾ ਹੈ ਵੀ ਤੁਸੀਂ ਇੰਨੇ ਸਮੇਂ ਦੇ ਅੰਦਰ ਅੰਦਰ ਆਪਣਾ ਜਿਹੜਾ ਸਾਲਸ ਹੈਗਾ ਨਿਯੁਕਤ ਕਰਕੇ ਦੇਵੋ। ਜੇ ਕਿਸੇ ਕਾਰਨ ਜਿਹੜੀ ਪਾਰਟੀਆਂ ਸਮਾਂ ਉਸ ਸਮੇਂ ਦੇ ਅੰਦਰ ਅੰਦਰ ਆਪਦਾ ਸਾਲਸ ਨਿਯੁਕਤ ਨਹੀਂ ਕਰ ਸਕਦੀਆਂ ਤਾਂ ਜਿਹੜਾ ਇਹ ਸਮਾਂ ਹੈਗਾ ਵਧਾਇਆ ਵੀ ਜਾ ਸਕਦਾ ਹੈ। ਇਸੇ ਤਰ੍ਹਾਂ ਜੇ ਕਿਸੇ ਕਾਰਨ ਜਿਹੜੀ ਅਵਾਰਡ ਹੈਗੀ ਹੈ, ਸਾਲਸਾ ਵੱਲੋਂ ਅਵਾਰਡ ਦਾ ਜਿਹੜਾ ਫੈਸਲਾ ਹੈਗਾ, ਅਵਾਰਡ ਸਮੇਂ ਸਿਰ ਨਹੀਂ ਦਿੱਤੀ ਜਾ ਸਕਦੀ, ਜਿਹੜਾ ਨਿਯਤ ਕੀਤਾ ਗਿਆ ਸਮਾਂ ਤਾਂ ਉਹ ਵੀ ਵਧਾਇਆ ਜਾ ਸਕਦਾ ਹੈ ਰੈਵਨਿਊ ਆਫੀਸਰ ਵੱਲੋਂ। ਨੈਕਸਟ ਸੈਕਸ਼ਨ 129 ਪੜ੍ਹਿਆ ਸੀ ਅਸੀਂ। 129 ਦੀ ਸਬ ਸੈਕਸ਼ਨ 1 ਕੀ ਹੈ, ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ 1 ਸਾਲਸ ਹੈਗਾ ਉਹ ਰੈਵਨਿਊ ਆਫੀਸਰ ਆਪਦੇ ਪੱਧਰ ਤੇ ਨਿਯੁਕਤ ਕਰੇਗਾ। ਮੰਨ ਲਓ 2 ਪਾਰਟੀਆਂ ਨੇ 2-2 ਸਾਲਸ ਦਿੱਤੇ ਤੇ 4 ਸਾਲਸ ਹੋ ਗਏ, ਤੇ 5ਵਾਂ ਸਾਲਸ ਜਿਹੜਾ ਹੋਏਗਾ ਆਰਬੀਟਰ ਹੋਏਗਾ, ਉਹ ਰੈਵਨਿਊ ਆਫੀਸਰ ਵੱਲੋਂ ਆਪਣੇ ਪੱਧਰ ਤੇ ਨਿਯੁਕਤੀ ਕੀਤੀ ਜਾਵੇਗੀ। ਅੱਗੇ 129 ਦੀ ਸਬ ਸੈਕਸ਼ਨ 2 ਦੇ ਵਿੱਚ ਇਹ ਕਿਹਾ ਗਿਆ ਵੀ ਜੇਕਰ ਕੋਈ ਪਾਰਟੀ ਸਾਲਸ ਨਿਯੁਕਤ ਕਰਦੀ ਹੈ ਆਪਣਾ, ਤਾਂ ਰੈਵਨਿਊ ਆਫੀਸਰ ਕੋਲ ਅਧਿਕਾਰ ਹੈ ਵੀ ਉਸ ਸਾਲਸ ਨੂੰ ਡਿਸਅਲਾਉ ਕਰ ਸਕਦੀ ਹੈ, ਤੇ ਇਹ ਵੀ ਕਹਿ ਸਕਦੇ ਪਾਰਟੀ ਨੂੰ ਕਿ ਤੁਸੀਂ ਆਪਣਾ ਨਵਾਂ ਬੰਦਾ ਦਿਓ, ਠੀਕ ਹੈ ਜੀ। ਜਿਹੜਾ ਵੀ ਆਰਡਰ ਰੈਵਨਿਊ ਕੋਰਟ ਵੱਲੋਂ ਕੀਤਾ ਜਾਵੇਗਾ ਉਹ ਫਾਈਨਲ ਹੋਏਗਾ। ਜਾਂ ਜੇ ਕਿਸੇ ਕਾਰਨ ਕੋਈ ਸਾਲਸ ਹੈਗਾ ਉਹਦੀ ਡੈਥ ਹੋ ਜਾਂਦੀ ਹੈ, ਜਾਂ ਉਹ ਰਿਫਿਊਜ਼ ਕਰ ਦਿੰਦਾ ਵੀ ਮੈਨੇ ਨਹੀਂ ਇਸ ਕੰਮ ਦੇ ਵਿੱਚ ਪੈਣਾ, ਮੈਂ ਨਹੀਂ ਕਰ ਸਕਦਾ, ਜਾਂ ਇਨਕੈਪੇਬਲ ਹੈ, ਉਹ ਆ ਜਾ ਨਹੀਂ ਸਕਦਾ ਕਿਤੇ, ਜਾਂ ਉਹਨੂੰ ਕਿਤੇ ਬਾਹਰ ਅੰਦਰ ਜਾਣਾ ਪੈ ਗਿਆ, ਤਾਂ ਇਹ ਅਜਿਹੇ ਕਿੱਸਿਆਂ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਸਾਲਸ ਹੈਗਾ ਉਹਦੀ ਦੁਬਾਰਾ ਨਿਯੁਕਤੀ ਕੀਤੀ ਜਾ ਸਕਦੀ ਹੈ, ਜਾਂ ਪਾਰਟੀ ਨੂੰ ਕਿਹਾ ਜਾ ਸਕਦਾ ਵੀ ਤੁਸੀਂ ਆਪਣਾ ਬੰਦਾ ਨਵਾਂ ਦਿਓ। ਵੱਖਰੇ ਤੌਰ ਤੇ ਜਿਹੜਾ ਬੰਦਾ ਇਹ ਡਿਨਾਈ ਕਰਦਾ ਹੈ ਜਾਂ ਇਹਦੀ ਡੈਥ ਹੋ ਚੁੱਕੀ ਹੈ ਤੇ ਇਹ ਇਨਕੈਪੇਬਲ ਹੈਗਾ, ਤੁਸੀਂ ਸੈਕਸ਼ਨ 130 ਦੇ ਵਿੱਚ ਕਿਹਾ ਗਿਆ ਵੀ ਸਬਸਟੀਟਿਊਸ਼ਨ ਆਫ ਦਾ ਆਰਬੀਟਰ ਬਾਈ ਦਾ ਪਾਰਟੀਜ਼, ਤਾਂ ਜਿਹੜੇ ਪਾਰਟੀਆਂ ਹੈਗੀਆਂ ਆਪਦਾ ਜਿਹੜਾ ਸਾਲਸ ਹੈਗਾ ਦੁਬਾਰਾ ਨਿਯੁਕਤ ਕਰਕੇ ਦੇਣਗੀਆਂ। ਦੈਨ ਹੈਗਾ ਜੀ ਸੈਕਸ਼ਨ 131 ਨੋਮੀਨੇਸ਼ਨ ਐਂਡ ਸਬਸਟੀਟਿਊਸ਼ਨ ਬਾਈ ਦਾ ਰੈਵਨਿਊ ਆਫੀਸਰ। ਜੇ ਕੋਈ ਪਾਰਟੀ ਉਸ ਨਿਯਤ ਕੀਤੇ ਗਏ ਸਮੇਂ ਦੇ ਅੰਦਰ ਸਾਲਸ ਨਿਯੁਕਤ ਨਹੀਂ ਕਰਦੀ, ਜਾਂ ਰੈਵਨਿਊ ਆਫੀਸਰ ਵੱਲੋਂ ਉਹ ਜਿਹੜਾ ਨਿਯੁਕਤ ਕੀਤਾ ਗਿਆ ਸਾਲਸ ਹੈ ਡਿਸਅਲਾਉ ਕੀਤਾ ਜਾਂਦਾ ਹੈ, ਫਿਰ ਪਾਰਟੀ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣਾ ਨਵਾਂ ਬੰਦਾ ਦਿਓ, ਨਵਾਂ ਸਾਲਸ ਨਿਯੁਕਤ ਕਰੋ। ਉਸ ਨਿਯੁਕਤੀ ਸੈਕਸ਼ਨ 130 ਦੇ ਤਹਿਤ, ਜੇ 130 ਦੇ ਤਹਿਤ ਪਾਰਟੀ ਫੇਲ ਹੋ ਜਾਂਦੀ ਹੈ, ਆਪਣਾ ਸਾਲਸ ਨਵਾਂ ਨਹੀਂ ਦਿੰਦੀ, ਜਾਂ ਕਿਸੇ ਸਾਲਸ ਦੀ ਡੈਥ ਹੋ ਜਾਂਦੀ ਹੈ, ਜਾਂ ਰਿਫਿਊਜ਼ ਕਰ ਜਾਂਦਾ ਹੈ, ਜਾਂ ਇਨਕੈਪੇਬਲ ਹੋ ਜਾਂਦਾ ਹੈ, ਤਾਂ ਕੀ ਹੁੰਦਾ ਹੈ, ਰੈਵਨਿਊ ਆਫੀਸਰ ਮੇ ਨੋਮੀਨੇਟ, ਤਾਂ ਮਾਲ ਅਧਿਕਾਰੀ ਆਪਣੇ ਪੱਧਰ ਤੇ ਉਹਨਾਂ ਧਿਰਾਂ ਵੱਲੋਂ ਜੇ ਕੋਈ ਧਿਰਾਂ ਨਹੀਂ ਦਿੰਦੀਆਂ ਤਾਂ ਸਾਲਸ ਨਿਯੁਕਤ ਕਰ ਸਕਦਾ ਹੈ। ਨੈਕਸਟ ਸੈਕਸ਼ਨ 132 ਆ ਜਾਂਦਾ ਹੈ ਜੀ, ਪ੍ਰੋਸੈਸ ਆਫ ਅਪੀਅਰੈਂਸ ਬਿਫੋਰ ਦਾ ਆਰਬੀਟਰੇਟਰ। ਆਰਬੀਟਰੇਟਰ ਦੀ ਨਿਯੁਕਤੀ ਹੋ ਗਈ, 4 ਜਾਂ 5 ਬੰਦਿਆਂ ਦਾ ਆਰਬੀਟਰ ਬਣ ਗਿਆ, ਤਾਂ ਉਹਨਾਂ ਦੇ ਅੱਗੇ ਜਦੋਂ ਪਾਰਟੀਆਂ ਨੇ ਜਾਣਾ ਹੈ ਤਾਂ ਪਾਰਟੀਆਂ ਨੇ ਜਿਵੇਂ ਰੈਵਨਿਊ ਕੋਰਟ ਦੇ ਅੱਗੇ ਜਾਣਗੀਆਂ ਪਾਰਟੀਆਂ, ਉਸੇ ਤਰੀਕੇ ਦਾ ਜਿਹੜਾ ਆਰਬੀਟਰ ਹੈ ਪਾਰਟੀਆਂ ਨੂੰ ਬਾਉਂਡ ਕਰ ਸਕਦਾ ਹੈ ਵੀ ਆਰਬੀਟਰ ਦੇ ਅੱਗੇ ਪੇਸ਼ ਹੋ ਕੇ ਆਪਣਾ ਆਪਣਾ ਪੱਖ ਪੇਸ਼ ਕਰਨ ਦੇ ਲਈ, ਆਪਣੇ ਆਪਣੇ ਡਾਕੂਮੈਂਟ ਪੇਸ਼ ਕਰਨ ਦੇ ਲਈ, ਆਪਣੀ ਆਪਣੀ ਸਟੇਟਮੈਂਟਸ ਦੇਣ ਦੇ ਲਈ। ਦੈਨ ਸੈਕਸ਼ਨ 133 ਹੈ ਜੀ, ਉਹਦੇ ਵਿੱਚ ਕੀ ਹੈ, ਅਵਾਰਡ ਆਫ ਆਰਬੀਟਰ ਰਾਈਟਿੰਗ ਡਿਫਾਈਨਿੰਗ ਦਾ ਰੀਜ਼ਨਸ
ਜੇ ਆਰਬੀਟਰ ਵੱਲੋਂ ਕੋਈ ਅਵਾਰਡ ਦਿੱਤੀ ਜਾਂਦੀ ਹੈ, ਧਿਰਾਂ ਨੂੰ ਸੁਣ ਲਿਆ, ਆਰਬੀਟਰ ਨੇ ਦੋਨੇ ਪਾਰਟੀਆਂ ਦੇ ਪੱਖ ਸੁਣ ਲਏ, ਤੇ ਹੁਣ ਆਰਬੀਟਰ ਆਪਣੇ ਕਿਸੇ ਸਿੱਟੇ ਤੇ ਪਹੁੰਚਿਆ, ਉਹਨੇ ਕੀ ਫੈਸਲਾ ਦੇਣਾ ਹੈ, ਉਹ ਜਿਹੜਾ ਫੈਸਲਾ ਹੈਗਾ ਉਹ ਆਰਬੀਟਰ ਵੱਲੋਂ ਰਿਟਰਨ ਦੇ ਵਿੱਚ ਦਿੱਤਾ ਜਾਵੇਗਾ, ਤੇ ਆਪਣਾ ਜਿਹੜਾ ਉਹ ਫੈਸਲਾ ਦੇ ਰਿਹਾ ਹੈ ਉਹਦਾ ਰੀਜ਼ਨ ਵੀ ਦੱਸਿਆ ਜਾਵੇਗਾ ਵੀ ਮੈਂ ਇਹ ਜਿਹੜਾ ਫੈਸਲਾ ਕੀਤਾ ਜਾ ਰਿਹਾ ਹੈ ਮੇਰੇ ਵੱਲੋਂ, ਇਹਦਾ ਕਾਰਨ ਕੀ ਹੈ। ਰੀਜ਼ਨਸ, ਜੇ ਕਿਸੇ ਆਰਬੀਟਰ ਉਹਦੇ ਵਿੱਚ ਮੰਨ ਲਓ 5 ਬੰਦਿਆਂ ਦਾ ਆਰਬਿਟ੍ਰੇਸ਼ਨ ਨਿਯੁਕਤ ਹੋਈ ਵੀ ਹੈ, ਇੱਕ ਬੰਦੇ ਵੱਲੋਂ ਇੱਕ ਜਿਹੜਾ ਆਰਬਿਟਰ ਹੈ ਉਹ ਉਸ ਫੈਸਲੇ ਦੇ ਨਾਲ ਸਹਿਮਤ ਨਹੀਂ ਹੈਗਾ, ਤਾਂ ਉਹਦਾ ਪੱਖ ਵੀ ਉਹਦੇ ਵਿੱਚ ਦੱਸਣਾ ਪਏਗਾ ਤੇ ਦਿਖਾਉਣਾ ਪਏਗਾ ਵੀ ਅਸੀਂ ਜਿਹੜਾ ਹੈਗਾ ਬਹੁਤ ਸੰਮਤੀ ਦੇ ਨਾਲ ਅਸੀਂ ਆਹ ਫੈਸਲਾ ਕੀਤਾ ਹੈ, ਪਰ ਇਹਦੇ ਵਿੱਚ ਜਿਹੜਾ ਇੱਕ ਆਰਬਿਟਰ ਸੀਗਾ ਉਹ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਉਹਨੇ ਕੀ ਕਿਹਾ ਇਸ ਦੇ ਸੰਬੰਧ ਵਿੱਚ ਉਹ ਵੀ ਡਿਫਾਈਨ ਕਰਨਾ ਪਏਗਾ ਆਰਡਰ ਦੇ ਵਿੱਚ। ਤਾਂ ਕੀ ਹੋਏਗਾ 133 ਤੋਂ ਬਾਅਦ ਸੈਕਸ਼ਨ 134 ਸੀਗੀ ਪ੍ਰੈਜੈਂਟੇਸ਼ਨ ਆਫ ਅਵਾਰਡ। ਜਦੋਂ ਅਵਾਰਡ ਤਿਆਰ ਹੋ ਗਈ, ਆਰਬੀਟਰ ਵੱਲੋਂ ਫੈਸਲਾ ਆਪਣਾ ਹੋ ਗਿਆ, ਤਾਂ ਉਹ ਜਿਹੜੀ ਆਰਬੀਟ੍ਰੇਸ਼ਨ ਦੀ ਅਵਾਰਡ ਹੈਗੀ ਆ ਉਹ ਰੈਵਨਿਊ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਕੋਸ਼ਿਸ਼ ਇਹ ਹੁੰਦੀ ਹੈ ਵੀ ਆਰਬੀਟਰ ਜਿਹੜਾ ਹੈਗਾ ਪਾਰਟੀਆਂ ਨੂੰ ਨਾਲ ਲੈ ਕੇ ਜਾਵੇ ਰੈਵਨਿਊ ਕੋਰਟ ਦੇ ਵਿੱਚ। ਜੇਕਰ ਉਸ ਸਮੇਂ ਦੇ ਵਿੱਚ ਪਾਰਟੀਆਂ ਆਰਬੀਟਰ ਦੇ ਨਾਲ ਨਹੀਂ ਜਾ ਸਕਦੀਆਂ ਤਾਂ ਜਿਹੜੀ ਅਵਾਰਡ ਹੈ ਉਹ ਰੈਵਨਿਊ ਕੋਰਟ 'ਚ ਪੇਸ਼ ਕੀਤੀ ਜਾਵੇਗੀ ਤੇ ਰੈਵਨਿਊ ਕੋਰਟ ਵੱਲੋਂ ਸਮਾਂ ਦਿੱਤਾ ਜਾਵੇਗਾ ਪਾਰਟੀਆਂ ਨੂੰ ਸੁਣਨ ਦੀ ਖਾਤਰ। ਪਰ ਜੇਕਰ ਪਾਰਟੀਆਂ ਆਰਬੀਟਰ ਦੇ ਨਾਲ ਹੀ ਪਹੁੰਚੀਆਂ ਹੋਈਆਂ ਨੇ ਰੈਵਨਿਊ ਕੋਰਟ ਦੇ ਵਿੱਚ, ਤਾਂ ਰੈਵਨਿਊ ਆਫੀਸਰ ਵੱਲੋਂ ਪਾਰਟੀਆਂ ਨੂੰ ਕਿਹਾ ਜਾਵੇਗਾ ਵੀ ਤੁਸੀਂ ਜੇ ਇਸ ਅਵਾਰਡ ਦੇ ਸੰਬੰਧ ਵਿੱਚ ਕੁਝ ਕਹਿਣਾ ਚਾਹੁੰਦੇ ਹੋ, ਤੁਹਾਡੇ ਕੋਈ ਇਤਰਾਜ਼ ਹੈ, ਤੁਹਾਡਾ ਕੋਈ ਆਬਜੈਕਸ਼ਨਸ ਹੈਗਾ, ਤਾਂ ਉਹ ਤੁਸੀਂ ਦੇ ਸਕਦੇ ਹੋ। ਠੀਕ ਹੈ ਜੀ। ਨੈਕਸਟ ਸੈਕਸ਼ਨ 135 ਹੈ, ਉਹ 'ਚ ਕੀ ਹੈ ਇਫੈਕਟ ਆਫ ਦਾ ਅਵਾਰਡ। ਇਹ ਅਵਾਰਡ ਦਾ ਇਫੈਕਟ ਕੀ ਹੋਏਗਾ। ਰੈਵਨਿਊ ਆਫੀਸਰ ਇਜ਼ ਨਾਟ ਬਾਉਂਡ ਫਰੋਮ ਦਾ ਅਵਾਰਡ। ਰੈਵਨਿਊ ਆਫੀਸਰ ਇਹ ਜਿਹੜੀ ਸਾਲਸਾ ਵੱਲੋਂ ਅਵਾਰਡ ਦਿੱਤੀ ਗਈ ਹੈ ਉਹਨੂੰ ਅਸੈਪਟ ਵੀ ਕਰ ਸਕਦੇ ਨੇ, ਉਸ ਨੂੰ ਮੋਡੀਫਾਈ ਵੀ ਕਰ ਸਕਦੇ ਨੇ, ਉਹਨੂੰ ਰਿਜੈਕਟ ਵੀ ਕੀਤਾ ਜਾ ਸਕਦਾ ਹੈ। ਇਹ ਜਿਹੜਾ ਆਰਡਰ ਹੋਏਗਾ ਰੈਵਨਿਊ ਆਫੀਸਰ ਦਾ ਇਹ ਅਪੀਲੇਬਲ ਹੋਏਗਾ, ਇਹਦੀ ਅਪੀਲ ਅੱਗੇ ਫਾਈਲ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਇਹ ਆਪਾਂ ਪੜ੍ਹਿਆ ਸੀ ਪਿਛਲੇ ਲੈਕਚਰ ਦੇ ਵਿੱਚ। ਅੱਜ ਅਸੀਂ ਪੜਾਂਗੇ ਸੈਕਸ਼ਨ 136 ਚੈਪਟਰ ਨੰਬਰ 11 ਸਪੈਸ਼ਲ ਜੁਰਿਸਡਿਕਸ਼ਨ ਵਿਦ ਰਿਸਪੈਕਟ ਟੂ ਦਾ ਲੈਂਡ। ਜ਼ਮੀਨ ਦੇ ਸੰਬੰਧ ਵਿੱਚ ਖਾਸ ਅਧਿਕਾਰ, ਸਪੈਸ਼ਲ ਅਧਿਕਾਰ ਜੁਰਿਸਡਿਕਸ਼ਨ ਰੈਵਨਿਊ ਕੋਰਟਾਂ ਨੂੰ ਕੀ ਦਿੱਤੇ ਜਾਂਦੇ ਨੇ। ਸੈਕਸ਼ਨ 136 ਹੈ ਜੀ। 136 ਕੀ ਕਿਹਾ ਗਿਆ। Power to invest officers making record of rights or general reassessment with power to the civil courts। ਜਦੋਂ ਕੋਈ ਰੈਵਨਿਊ ਆਫੀਸਰ ਵੱਲੋਂ ਸਪੈਸ਼ਲੀ ਤੌਰ ਤੇ ਇਨ ਬਿਟਵੀਨ ਮੰਨ ਲਓ ਜਮਾਬੰਦੀ ਤਿਆਰ ਕਰਨੀ ਪੈਗੀ ਕਿਸੇ ਕਾਰਨ ਟਾਈਮ ਤੋਂ ਪਹਿਲਾਂ, ਜਾਂ ਕਿਸੇ ਪਿੰਡ ਦੀ ਰੈਵਨਿਊ ਕੋਡ ਦੇ ਮੁਤਾਬਕ ਅਸੈਸਮੈਂਟ ਕਰਨੀ ਪੈਗੀ, ਰੀਅਸੈਸਮੈਂਟ ਕਰਨੀ ਪੈਗੀ, ਤਾਂ ਗਵਰਨਮੈਂਟ ਹੈਗੀ ਹੈ ਜਿਹੜੀ ਗਵਰਨਮੈਂਟ ਰੈਵਨਿਊ ਆਫੀਸਰ ਨੂੰ ਫਾਰ ਦਾ ਟਾਈਮ ਬੀਇੰਗ ਸਪੈਸ਼ਲ ਪਾਵਰਸ ਆਫ ਦਾ ਰੈਵਨਿਊ ਕੋਡ ਅੰਡਰ ਦਾ ਰੈਵਨਿਊ ਲਾਅ ਅੰਡਰ ਦਾ ਕੋਰਟ ਐਕਟ ਦੇ ਤਹਿਤ ਨੋਟੀਫਿਕੇਸ਼ਨ ਕਰਕੇ ਰੈਵਨਿਊ ਕੋਡ ਦੀਆਂ ਪਾਵਰਾਂ ਦਿੱਤੀਆਂ ਜਾ ਸਕਦੀਆਂ ਨੇ। ਸਿਵਲ ਕੋਡ ਦੀਆਂ ਪਾਵਰਾਂ ਦਿੱਤੀਆਂ ਜਾ ਸਕਦੀਆਂ ਨੇ ਰੈਵਨਿਊ ਕੋਰਟਾਂ ਨੂੰ, ਰੈਵਨਿਊ ਆਫੀਸਰਸ ਨੂੰ, ਪਰਟੀਕੂਲਰ ਰੈਵਨਿਊ ਆਫੀਸਰ ਨੂੰ ਫਾਰ ਦਾ ਟਾਈਮ ਬੀਇੰਗ ਫਾਰ ਦਾ ਕਿਸੇ ਪਿੰਡ ਦੀ ਰੀਅਸੈਸਮੈਂਟ ਕਰਨ ਦੇ ਖਾਤਰ, ਜਾਂ ਚੈਪਟਰ 4 ਦੇ ਤਹਿਤ ਤੇ ਜਾਂ ਚੈਪਟਰ 5 ਦੇ ਤਹਿਤ। ਚੈਪਟਰ ਦੇ 4 ਦੇ ਤਹਿਤ ਜਦੋਂ ਰਿਕਾਰਡ ਆਫ ਰਾਈਟਸ ਦੁਬਾਰਾ ਬਣਾਉਣਾ ਪੈ ਗਿਆ ਕਿਸੇ ਪਿੰਡ ਦਾ। ਚੈਪਟਰ 5 ਦੇ ਵਿੱਚ ਕੀ ਸੀਗਾ, ਕਿਸੇ ਪਿੰਡ ਦੀ ਰੀਅਸੈਸਮੈਂਟ ਕਰਨੀ ਪੈ ਜਾਏ, ਤਾਂ ਉਸ ਕੰਮ ਨੂੰ ਸਿਰੇ ਚੜ੍ਹਨ ਦੇ ਲਈ, ਜਲਦੀ ਤੋਂ ਜਲਦੀ ਸਿਰੇ ਚੜ੍ਹਨ ਦੇ ਲਈ ਜਿਹੜੀ ਗਵਰਨਮੈਂਟ ਹੈ, ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕਰਕੇ ਰੈਵਨਿਊ ਆਫੀਸਰ ਨੂੰ ਸਿਵਲ ਕੋਰਟ ਦੀਆਂ ਪਾਵਰਾਂ ਦਿੱਤੀਆਂ ਜਾ ਸਕਦੀਆਂ ਨੇ। ਉਹ ਕੰਮ ਕਰਦੇ ਦੌਰਾਨ ਜੇ ਕੋਈ ਸਿਵਲ ਮੈਟਰ ਰੈਵਨਿਊ ਆਫੀਸਰ ਦੇ ਸਾਹਮਣੇ ਆਂਦਾ ਹੈ, ਤਾਂ ਬੀਇੰਗ ਏ ਸਿਵਲ ਕੋਰਟ ਦੀ ਤਰ੍ਹਾਂ ਉਸ ਮੈਟਰ ਨੂੰ, ਜੇ ਕੋਈ ਮਾਮਲਾ ਸਿਵਲ ਕੋਰਟ ਦੀ ਨੇਚਰ ਦਾ ਹੈਗਾ, ਜੇ ਤਾਂ ਰੈਵਨਿਊ ਕੋਰਟ ਦਾ ਨੇਚਰ ਦਾ ਮਾਮਲਾ ਹੈਗਾ ਫਿਰ ਤਾਂ ਰੈਵਨਿਊ ਆਫੀਸਰ ਨੇ ਨਿਬੇੜਨਾ ਹੀ ਹੁੰਦਾ ਹੈ। ਪਰ ਜੇਕਰ ਕੋਈ ਮਾਮਲਾ ਸਿਵਲ ਕੋਰਟ ਦੀ ਨੇਚਰ ਦਾ ਹੈਗਾ ਤਾਂ ਇਸ ਕੇਸ ਦੇ ਵਿੱਚ ਇਸ ਐਕਟ ਦੇ ਇਸ ਸੈਕਸ਼ਨ ਦੇ ਰਾਹੀਂ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕਰਕੇ ਰੈਵਨਿਊ ਆਫੀਸਰ ਨੂੰ ਸਿਵਲ ਕੋਰਟ ਦੀਆਂ ਪਾਵਰਾਂ ਦਿੱਤੀਆਂ ਜਾ ਸਕਦੀਆਂ ਨੇ, ਤੇ ਫਿਰ ਉਸਨੇ ਉਸ ਅਧਿਕਾਰੀ ਨੇ ਸਿਵਲ ਕੋਰਟ ਦੀ ਤਰ੍ਹਾਂ ਹੀ ਡੀਲ ਕਰਕੇ ਉਸ ਜਿਹੜਾ ਮਾਮਲਾ ਹੈਗਾ ਉਸਨੂੰ ਨਿਪਟਾਇਆ ਜਾ ਸਕਦਾ ਹੈ। ਪੰਜਾਬ ਸਿਵਲ ਕੋਰਟ ਐਕਟ 1884 ਹੈ ਜੀ।
इस एक्ट के तहत ਦੀਆਂ ਪਾਵਰਾਂ ਸਿਵਲ ਕੋਡ ਨੂੰ ਦਿੱਤੀਆਂ ਜਾਂਦੀਆਂ ਨੇ ਸਿਵਲ ਕੋਡ ਦੀਆਂ ਪਾਵਰਾਂ ਰੈਵਨਿਊ ਆਫੀਸਰ ਨੂੰ ਦਿੱਤੀਆਂ ਜਾਂਦੀਆਂ ਨੇ ਇਹਦੀ सबसेक्शन 2 है जी सेक्शन 136 सबसेक्शन 2 द स्टेट गवर्नमेंट मे कैंसल एन ऑर्डर अंडर सबसेक्शन 1 होली और इन पार्ट सबसेक्शन 1 ਦੇ ਵਿੱਚ ਰੈਵਨਿਊ ਆਫੀਸਰ ਨੂੰ ਸਿਵਲ ਕੋਡ ਦੀਆਂ ਪਾਵਰਾਂ ਦਿੱਤੀਆਂ ਸੀਗੀਆਂ ਤੇ सबसेक्शन 2 ਦੇ ਵਿੱਚ ਆ ਕੇ ਜਿਹੜੀ ਕੋਡ ਗਵਰਨਮੈਂਟ ਹੈਗੀ ਹੈ ਉਹ ਇਹਨਾਂ ਪਾਵਰਾਂ ਦਿੱਤੀਆਂ ਹੋਈਆਂ ਪਾਵਰਾਂ ਨੂੰ ਕੈਂਸਲ ਵੀ ਕਰ ਸਕਦੀ ਹੈ ਜਾਂ ਉਹਦੇ ਵਿੱਚ ਅਮੈਂਡਮੈਂਟ ਵੀ ਕੀਤੀ ਜਾ ਸਕਦੀ ਹੈ ਵੀ ਕੁਝ ਪਾਰਟਿਕੂਲਰ ਕੇਸਸ ਦੇ ਵਿੱਚ ਤੁਸੀਂ ਜਿਹੜਾ ਮਾਮਲਾ ਹੈਗਾ ਸੁਣ ਸਕਦੇ ਹੋ then subsection 3 while an order or any part of an order under this subsection continues in force ਮਤਲਬ ਕਹਿੰਦਾ ਇਹ ਹੈ ਵੀ ਜਿੰਨੀ ਦੇਰ ਤੱਕ ਜਿਹੜਾ ਇਹ ਕੀਤਾ ਗਿਆ ਆਰਡਰ ਹੈ ਕਿੰਨੇ ਸਮੇਂ ਲਈ ਇਹ ਆਰਡਰ ਕੀਤਾ ਗਿਆ ਸੀਗਾ ਰੈਵਨਿਊ ਕੋਰਟਾਂ ਨੂੰ ਸਿਵਲ ਕੋਰਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਸੀਗੀਆਂ ਜਿੰਨੇ ਸਮੇਂ ਲਈ ਇਹ ਪਾਵਰਾਂ ਦਿੱਤੀਆਂ ਗਈਆਂ ਸੀ ਉਨੇ ਸਮੇਂ ਤੱਕ ਹੀ ਰੈਵਨਿਊ ਆਫੀਸਰ ਐਜ਼ ਅ ਸਿਵਲ ਕੋਰਟ ਕੰਮ ਕਰ ਸਕਦਾ ਹੈ ਉਸ ਤੋਂ ਬਾਅਦ ਨਹੀਂ ਕੀਤਾ ਜਾ ਸਕਦਾ ਪਰ सबसेक्शन 4 ਦੇ ਵਿੱਚ ਕੀ ਕਿਹਾ ਗਿਆ ਹੈ सबसेक्शन 4 ਚ ਕਿਹਾ ਗਿਆ ਵੀ ਜੇ ਕੋਈ ਮਾਮਲਾ ਰੈਵਨਿਊ ਕੋਰਟ ਦੇ ਵਿੱਚ ਬੀਇੰਗ ਅ ਸਿਵਲ ਕੋਰਟ ਪੈਂਡਿੰਗ ਚੱਲ ਰਿਹਾ ਹੈ ਪਰ ਇਨ ਦਾ ਮੇਨ ਟਾਈਮ ਸਰਕਾਰ ਨੇ ਜਿਹੜੀਆਂ ਪਾਵਰਾਂ ਨੇ ਵਾਪਸ ਲੈ ਲਈਆਂ ਸਿਵਲ ਕੋਰਟ ਦੀਆਂ ਰੈਵਨਿਊ ਆਫੀਸਰ ਤੋਂ ਤਾਂ ਜਿਹੜਾ ਪੈਂਡਿੰਗ ਮਾਮਲਾ ਹੈਗਾ ਤਾਂ ਪੈਂਡਿੰਗ ਮਾਮਲਾ ਐਜ਼ ਸਿਵਲ ਕੋਰਟ ਹੀ ਰੈਵਨਿਊ ਆਫੀਸਰ ਵੱਲੋਂ ਨਿਪਟਾਇਆ ਜਾਵੇਗਾ ਬਸ਼ਰਤੇ ਕਿ ਜੇਕਰ ਗਵਰਨਮੈਂਟ ਕਹੇ ਵੀ ਨਹੀਂ ਜਿਹੜੇ ਕੇਸ ਪੈਂਡਿੰਗ ਤੁਹਾਡੇ ਕੋਲੇ ਪਏ ਨੇ ਤੁਸੀਂ ਫਲਾਣੀ ਕੋਰਟ ਦੇ ਵਿੱਚ ਟ੍ਰਾਂਸਫਰ ਕਰ ਦਿਓ ਜੇ ਤਾਂ ਇਹੋ ਜਿਹਾ ਕੋਈ ਆਰਡਰ ਨਹੀਂ ਹੁੰਦਾ ਗਵਰਨਮੈਂਟ ਵੱਲੋਂ ਤਾਂ ਜਿਹੜੇ ਪੈਂਡਿੰਗ ਕੇਸ ਨੇ ਰੈਵਨਿਊ ਕੋਰਟ ਦੇ ਵਿੱਚ ਬੀਇੰਗ ਅ ਸਿਵਲ ਕੋਰਟ ਉਹਨਾਂ ਦਾ ਨਿਪਟਾਰਾ ਕੀਤਾ ਜਾਵੇਗਾ Next section 137 control over such officers and appeals from and revisions of their decrees and orders देखो रेवेन्यू ऑफिसर ਨੂੰ ਪਾਵਰਾਂ ਦਿੱਤੀਆਂ ਸੀ ਸਿਵਲ ਕੋਰਟ ਦੀਆਂ ਇਹ ਕਿਹੜੇ ਆਫੀਸਰ ਦੇ ਕੰਟਰੋਲ 'ਚ ਕੰਮ ਕਰਦੇ ਆ ਜਿਹੜੇ ਜਿਵੇਂ ਏਸੀ ਸੈਕੰਡ ਹੈ ਏਸੀ ਫਸਟ ਅੱਗੇ ਕਲੈਕਟਰ ਕਮਿਸ਼ਨਰ ਇਸੇ ਤਰੀਕੇ ਨਾਲ ਅੰਡਰ ਜਿਵੇਂ 13 ਸੈਕਸ਼ਨ ਹੈ ਅਪੀਲ ਹੈ ਰਿਵਿਊ ਹੈ ਰਿਵੀਜ਼ਨ ਹੈ ਇਸੇ ਤਹਿਤ ਜਿਹੜੇ ਉੱਚ ਅਧਿਕਾਰੀ ਨੇ ਜਿਨ੍ਹਾਂ ਦੀ ਕੰਟਰੋਲ ਦੇ ਵਿੱਚ ਰੈਵਨਿਊ ਆਫੀਸਰ ਕੰਮ ਕਰਦਾ ਹੈ ਉਹਨਾਂ ਨੂੰ ਵੀ ਇਹੀ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਸਿਵਲ ਕੋਰਟ ਦੇ ਅਧੀਨ ਉਹ ਜਿਹੜੀ ਅਪੀਲਸ ਫਾਈਲ ਹੋਣਗੀਆਂ ਉਹ ਵੀ ਉੱਚ ਅਧਿਕਾਰੀਆਂ ਦੇ ਕੋਰਟਾਂ 'ਚ ਫਾਈਲ ਹੋਣਗੀਆਂ ਉਹਨਾਂ ਨੂੰ ਵੀ ਸਿਵਲ ਕੋਰਟ ਦੀਆਂ ਪਾਵਰਸ ਦਿੱਤੀਆਂ ਜਾਣਗੀਆਂ ਅਪੀਲ ਸੁਣਨ ਦੀ ਖਾਤਰ ਰਿਵੀਜ਼ਨ ਸੁਣਨ ਦੀ ਖਾਤਰ The state government may by notification direct that the provisions of this act with respect to the superintendence and control over revenue officer shall subject to any modification applied to the revenue officers whose has been vested with the powers of civil court simple ਜੀ ਗੱਲ ਇਹ ਹੈ ਜਿਵੇਂ ਰੈਵਨਿਊ ਆਫੀਸਰ ਨੂੰ ਪਾਵਰਾਂ ਦਿੱਤੀਆਂ ਗਈਆਂ ਨੇ ਸਿਵਲ ਕੋਰਟ ਦੀਆਂ ਇਸ ਤਰ੍ਹਾਂ ਹੀ ਜਿਨ੍ਹਾਂ ਆਫੀਸਰਸ ਦੇ ਕੰਟਰੋਲ ਦੇ ਵਿੱਚ ਉਹ ਰੈਵਨਿਊ ਆਫੀਸਰ ਕੰਮ ਕਰਦਾ ਹੈਗਾ ਉਹਨਾਂ ਆਫੀਸਰਸ ਨੂੰ ਵੀ ਅਪੀਲ ਸੁਣਨ ਦੀਆਂ ਰਿਵੀਜ਼ਨ ਸੁਣਨ ਦੀਆਂ ਪਾਵਰਾਂ ਦਿੱਤੀਆਂ ਜਾਣਗੀਆਂ ਤੇ ਉਹ ਐਜ਼ ਅ ਸਿਵਲ ਕੋਰਟ ਜਿਹੜੀ ਅਪੀਲ ਹੈ ਉਹਦੇ ਆਰਡਰ ਦੀ ਰੈਵਨਿਊ ਆਫੀਸਰ ਵੱਲੋਂ ਕੋਈ ਆਰਡਰ ਪਾਸ ਕੀਤਾ ਗਿਆ ਐਜ਼ ਅ ਸਿਵਲ ਕੋਰਟ ਜਾਂ ਕੋਈ ਡਿਗਰੀ ਪਾਸ ਕੀਤੀ ਗਈ ਹੈ ਐਜ਼ ਅ ਸਿਵਲ ਕੋਰਟ ਉਹ ਡਿਗਰੀ ਦੀ ਆਰਡਰ ਦੀ ਜਿਹੜੀ ਜਜਮੈਂਟ ਦੀ ਜਿਹੜੀ ਅਪੀਲ ਹੈ ਉਹ ਰੈਵਨਿਊ ਕੋਰਟ ਦੀ ਜਿਹੜੀ ਜਿਸ ਰੈਵਨਿਊ ਕੋਰਟ ਦੀ ਜਿਸ ਕੰਟਰੋਲ ਦੇ ਵਿੱਚ ਰੈਵਨਿਊ ਆਫੀਸਰ ਕੰਮ ਕਰ ਰਿਹਾ ਹੈ ਉਹ ਕੰਟਰੋਲਿੰਗ ਅਥਾਰਟੀ ਐਜ਼ ਅ ਸਿਵਲ ਕੋਰਟ ਜਿਹੜਾ ਹੈਗਾ ਅਪੀਲ ਹੈ ਉਹ ਸੁਣੇ in the absence of any such notification subsection 2 137 ਦੀ in the absence of any such notification a revenue officer invested under the last foregoing sections with the powers of any such civil court as aforesaid shall with respect to the exercise of those powers be deemed to be civil court for the purpose of the Punjab Code Act ਇਹ ਪੰਜਾਬ ਸਿਵਲ ਕੋਡ ਐਕਟ 1884 ਇਸ ਐਕਟ ਦੇ ਤਹਿਤ ਰੈਵਨਿਊ ਆਫੀਸਰ ਨੂੰ ਪਾਵਰਾਂ ਦਿੱਤੀਆਂ ਜਾਣਗੀਆਂ ਜੀ ਉਸ ਐਕਟ ਦੇ ਤਹਿਤ ਹੀ ਸਿਵਲ ਕੋਡ ਦੀ ਤਰ੍ਹਾਂ ਫਿਰ ਸੀਪੀਸੀ ਲਾਗੂ ਹੋਏਗੀ ਸੀਪੀਸੀ ਦੇ ਮੁਤਾਬਕ ਜਿਹੜਾ ਫੈਸਲਾ ਹੈਗਾ ਰੈਵਨਿਊ ਕੋਡ ਵੱਲੋਂ ਓਰੀਜਨਲ ਕੋਰਟ ਔਰ ਐਜ਼ ਅ ਅਪੀਲੈਂਟ ਕੋਰਟ ਉੱਚ ਅਧਿਕਾਰੀ ਵੱਲੋਂ ਜਿਹੜਾ ਫੈਸਲਾ ਹੈ ਉਹ ਐਜ਼ ਅ ਸਿਵਲ ਕੋਡ ਕੀਤਾ ਜਾਵੇਗਾ ਸੀਪੀਸੀ ਦੇ ਤਹਿਤ ਕੀਤਾ ਜਾਵੇਗਾ ਫੈਸਲਾ ਨੈਕਸਟ ਆ ਗਿਆ ਜੀ ਚੈਪਟਰ 12 supplemental provisions revenue deposits supplement provisions देखो लैंड रेवेन्यू लेके अपनी प्रोविजन ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਲੈਂਡ ਰੈਵੇਨਿਊ ਦੀ ਕਲੈਕਸ਼ਨ ਕਿਵੇਂ ਹੋਣੀ ਹੈ ਸੈਕਸ਼ਨ 60 ਤੋਂ ਲੈ ਕੇ ਸੈਕਸ਼ਨ 90 ਦੇ ਵਿੱਚ ਸੀਗਾ ਕਲੈਕਸ਼ਨ ਆਫ ਲੈਂਡ ਰੈਵੇਨਿਊ ਏਰੀਆਜ਼ ਆਫ ਦਾ ਲੈਂਡ ਰੈਵੇਨਿਊ ਪਰ ਇੱਥੇ ਕਿਹਾ ਗਿਆ ਹੈਗਾ ਵੀ ਜੇ ਕੁਝ ਐਦਾਂ ਦੇ ਕੋਈ ਡਿਊਜ਼ ਬਾਕੀ ਹੋਣ ਜਿਹੜੇ
ਲੈਂਡ ਰੈਵਨਿਊ ਨਾ ਕਹਾਉਂਦੇ ਹੋਣ, ਨਾ ਰੈਂਟ ਕਹਾਉਂਦਾ ਹੋਵੇ। ਦੇਖੋ ਰੈਂਟ ਦੀ ਰਿਕਵਰੀ ਦੇ ਲਈ ਟੈਨੈਂਸੀ ਐਕਟ ਬਣਿਆ ਹੈ, ਠੀਕ ਹੈ, ਤੇ ਲੈਂਡ ਰੈਵਨਿਊ ਦੀ ਰਿਕਵਰੀ ਦੇ ਲਈ ਸੈਕਸ਼ਨ 60 ਤੋਂ ਲੈ ਕੇ ਸੈਕਸ਼ਨ 90 ਹੈਗੀਆਂ ਨੇ, ਰਿਕਵਰੀ ਆਫ ਏਰੀਆਜ਼ ਆਫ ਦਾ ਲੈਂਡ ਰੈਵਨਿਊ। ਪਰ ਇੱਥੇ ਕੀ ਹੈਗਾ ਵੀ ਜੇ ਕੋਈ ਹੋਰ ਡਿਊਜ਼ ਐਸੇ ਹੋਣ ਜਿਹੜੇ ਲੈਂਡ ਰੈਵਨਿਊ ਦੀ ਪਰਿਭਾਸ਼ਾ 'ਚ ਨਾ ਆਉਂਦੇ ਹੋਣ, ਰੈਂਟ ਦੀ ਪਰਿਭਾਸ਼ਾ ਵਿੱਚ ਨਾ ਆਉਂਦੇ ਹੋਣ, ਤਾਂ ਉਹਨਾਂ ਦੀ ਰਿਕਵਰੀ ਦੇ ਲਈ ਕੀ ਵੱਖਰੀਆਂ ਕੁਝ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ, ਜਿਹਦੇ ਲਈ ਸੈਕਸ਼ਨ 138 ਪਾਵਰ ਟੂ ਡਿਪੋਜ਼ਿਟ ਸਰਟਨ ਸਮਸ ਅਦਰ ਦੈਨ ਰੈਂਟ। ਮੰਨ ਲਓ ਰੈਂਟ ਨਹੀਂ ਹੈਗਾ, ਰੈਂਟ ਦੀ ਥਾਂ ਤੇ ਕੁਝ ਹੋਰ ਚੀਜ਼ ਹੈ, ਕੋਈ ਹੋਰ ਅਮਾਊਂਟ ਹੈ, ਜਿਵੇਂ ਕਿ ਆਪਾਂ ਦੇਖ ਲਈਏ, ਮੰਨ ਲਓ ਕਿਸੇ ਮਾਲਕ ਨੇ ਕਿਸੇ ਕਿਰਾਏਦਾਰ ਨੂੰ ਕੋਈ ਜ਼ਮੀਨ ਦੇ ਠੇਕੇ ਦਿੱਤੀ ਵੀ ਹੈਗੀ ਹੈ, ਲੰਮੇ ਸਮੇਂ ਲਈ ਲੀਜ਼ ਤੇ ਦਿੱਤੀ ਵੀ ਹੈ। ਉਸ ਜਿਹੜਾ ਲੈਸੀ ਹੈ ਉਸਨੇ ਕੋਈ ਡਿਵੈਲਪਮੈਂਟ ਕਰ ਦਿੱਤੀ ਜ਼ਮੀਨ ਦੇ ਵਿੱਚ, ਉਹਦਾ ਕੋਈ ਪੈਸਾ ਖਰਚ ਹੋ ਗਿਆ, ਠੀਕ ਹੈ, ਕੋਈ ਟਿਊਬਵੈਲ ਲਗਾ ਲਿਆ ਜਾਂ ਕੋਈ ਜ਼ਮੀਨ ਨੂੰ ਉੱਚਾ ਨੀਵਾਂ ਸੀਗਾ ਉਹਨੂੰ ਪੱਧਰ ਕਰ ਲਿਆ, ਉਹਦੇ ਕੁਝ ਚਾਰਜਸ, ਉਹਦੇ ਡਿਊਜ਼ ਮਤਲਬ ਕਿ ਉਹਦੇ ਤੇ ਕਾਸਟ ਪੈ ਗਈ, ਤਾਂ ਐਦਾਂ ਦੇ ਜਿਹੜੇ ਪੈਸੇ ਹੈ, ਜਾਂ ਮਾਲਕ ਨੇ ਨਵਾਂ ਟਿਊਬਵੈਲ ਲਵਾ ਕੇ ਦਿੱਤਾ ਜ਼ਮੀਨ ਦੇ ਵਿੱਚ, ਠੀਕ ਹੈ, ਰੈਂਟ ਦਾ ਵੱਖਰਾ ਸੀ ਮਾਲਕ ਨੇ ਲੈਣਾ, ਪਰ ਜਿਹੜਾ ਇਹ ਕੋਈ ਟਿਊਬਵੈਲ ਲਗਾ ਕੇ ਦਿੱਤਾ ਜਾਂ ਕੋਈ ਜ਼ਮੀਨ ਦੇ ਉੱਪਰ ਕਿਰਾਇਆ ਲਗਵਾਤਾ, ਉਹਦੇ ਤੇ ਹੋਰ ਖਰਚਾ ਹੋ ਗਿਆ, ਜਿਹੜਾ ਕਿ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਸੀਗੀ ਮਾਲਕ ਦੀ ਤੇ ਕਿਰਾਏਦਾਰ ਦੀ, ਵੀ ਕਿਰਾਏਦਾਰ ਉਸ ਨੂੰ ਮਾਲਕ ਨੂੰ ਦੇਵੇਗਾ ਇਹ ਵਾਲਾ ਡਿਊਜ਼। ਐਦਾਂ ਦੇ ਖਰਚੇ ਜੇਕਰ ਕਿਸੇ ਮਾਲਕ ਨੇ ਜਾਂ ਮਾਲਕ ਨੇ ਆਈਦਰ ਆਫ ਦਾ ਫੋਲੋਇੰਗ ਕੇਸਸ ਵੈਨ ਇਹ ਹੈਡਮੈਨ ਜਾਂ ਨੰਬਰਦਾਰ ਨੇ ਜਾਂ ਲੈਂਡ ਓਨਰ ਨੇ ਜਾਂ ਅਸਾਈਨੀ ਨੇ, ਅਸਾਈਨੀ ਜਿਹਨੂੰ ਮਾਮਲਾ ਅਸਾਈਨ ਕੀਤਾ ਗਿਆ ਹੁੰਦਾ ਉਹਨੇ, any sum or other than rent is payable on account of the liability under this act refuses to receive, ਯਾਨੀ ਕਿ ਮਾਲਕ ਹੈ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਜਾਂ ਲੈਂਦਾ ਹੈ ਕਹਿੰਦਾ ਰਸੀਦ ਨਹੀਂ ਦਿੰਦਾ ਕਿਰਾਏਦਾਰ ਨੂੰ। ਮਾਲਕ ਲੈਣ ਤੋਂ ਇਨਕਾਰ ਕਰ ਦਿੰਦਾ ਹੈ, ਆਨਾਕਾਨੀ ਕਰਦਾ ਹੈ, ਇਨਕਾਰ ਦਾ ਕਾਰਨ ਕੀ ਹੋ ਸਕਦਾ ਹੈ? ਮਾਲਕ ਵੱਧ ਪੈਸੇ ਮੰਗਦਾ ਹੋਵੇ, ਕਿਰਾਏਦਾਰ ਘੱਟ ਪੈਸੇ ਦਿੰਦਾ ਹੋਵੇ, ਜਾਂ ਮਾਲਕ ਪੈਸੇ ਤਾਂ ਕਹਿੰਦਾ ਦੇ ਦੇ ਮੈਨੂੰ, ਮੈਂ ਰਸੀਦ ਨਹੀਂ ਦੇਣੀ ਤੈਨੂੰ, ਠੀਕ ਹੈ। ਇਸ ਕਰਕੇ ਜਿਹੜਾ ਕਿਰਾਏਦਾਰ ਹੈ ਉਹ ਪੈਸੇ ਦੇਣ ਤੋਂ ਆਨਾਕਾਨੀ ਕਰਦਾ ਹੋਵੇ ਵੀ ਏਦਾਂ ਕੱਲ ਨੂੰ ਇਹ ਮੁੱਕਰ ਜਾਏਗਾ, ਮੈਂ ਪੈਸੇ ਦੇ ਦਿੱਤੇ, ਠੀਕ ਹੈ ਜੀ। ਸਮ ਫਰੋਮ a grant a receipt thereof to the person by whom it is payable, ਜਿਹਨੂੰ ਰਸੀਦ ਦਿੱਤੀ ਜਾਣੀ ਬਣਦੀ ਹੈ, ਜਿਹੜਾ ਪੈਸੇ ਦੇਗਾ ਤਾਂ ਰਸੀਦ ਤਾਂ ਮੰਗੇਗਾ ਨਾ, ਤੇ ਮਾਲਕ ਰਸੀਦ ਨਾ ਦੇਵੇ। ਜਾਂ when the person by whom any such sum is payable is in doubt as to the headman or other landowner or the assignee of land revenue entitled to receive it, ਜਾਂ ਉਹਨੂੰ ਕੋਈ ਡਾਊਟ ਹੋਵੇ ਕਿਰਾਏਦਾਰ ਨੂੰ ਵੀ ਮੈਂ ਪੈਸੇ ਦੇਣੇ ਕਿਹਨੂੰ ਨੇ, ਚਾਰ ਲੈਂਡ ਓਨਰ ਖੜ ਜਾਣ, ਚਾਰ ਹਿੱਸੇਦਾਰ ਖੜ ਜਾਣ, ਕੋਈ ਮੈਨੂੰ ਦਿਓ, ਕਿਸੇ ਮੈਨੂੰ ਦਿਓ, ਕਿਸੇ ਮੈਨੂੰ ਦੇ, ਠੀਕ ਹੈ। ਤੇ ਜਿਹੜਾ ਕਿਰਾਏਦਾਰ ਹੈ ਉਹਨੂੰ ਡਾਊਟ ਹੋ ਜਾਵੇ ਮੈਂ ਦੇਵਾਂ ਕਿਹਨੂੰ, ਅਸਲ ਮਾਲਕ ਦੀ ਡੈਥ ਹੋ ਗਈ, ਠੀਕ ਹੈ। ਹੁਣ ਕਿਰਾਏਦਾਰ, ਹੁਣ ਮਾਲਕ ਉਹ ਕਹਿੰਦਾ ਮੈਂ ਮਾਲਕ ਹਾਂ, ਉਹ ਕਹਿੰਦਾ ਮੈਂ ਮਾਲਕ ਹਾਂ, ਉਹ ਕਹਿੰਦਾ ਮੈਂ ਮਾਲਕ ਹਾਂ, ਤਾਂ ਜਿਹੜਾ ਕਿਰਾਏਦਾਰ ਹੈ ਉਹ ਇਹ ਜਿਹੜਾ ਸਮ ਹੈਗਾ ਕਿਹਨੂੰ ਦੇਵੇ, ਉਹ ਕਨਫਿਊਜ਼ ਹੋ ਗਿਆ, ਉਹ ਡਾਊਟ ਹੋ ਗਿਆ ਵੀ ਮੈਂ ਇਹਨੂੰ ਦਿਨਾਂ ਤੱਕ, ਕੱਲ ਨੂੰ ਝਗੜਾ ਫਿਰ ਪੈ ਜਾਏਗਾ, ਮੈਨੂੰ ਦੁਬਾਰਾ ਨਾ ਦੇਣੇ ਪੈ ਜਾਣ। ਤਾਂ ਇਸ ਕਰਕੇ ਕੀ ਹੈ, ਦੈਟ ਪਰਸਨ ਮੇ ਅਪਲਾਈ ਟੂ ਦਾ ਰੈਵਨਿਊ ਆਫਿਸਰ, ਜਿਹੜਾ ਉਹ ਵਿਅਕਤੀ ਹੈਗਾ ਜਾਂ ਜਿਹਨੂੰ ਪਹਿਲੇ ਕੇਸ ਦੇ ਵਿੱਚ ਰਸੀਦ ਨਹੀਂ ਮਿਲਦੀ, ਜਾਂ ਮਾਲਕ ਜਾਂ ਮਾਲਕ ਤੋਂ ਪੈਸੇ ਲੈਂਦਾ ਨਹੀਂ ਹੈਗਾ, ਦੂਜੇ ਕੇਸ ਦੇ ਵਿੱਚ ਉਹਨੂੰ ਡਾਊਟ ਹੋ ਜਾਵੇ ਵੀ ਮਾਲਕ ਕੌਣ ਹੈ, ਪੈਸੇ ਮੈਂ ਕਿਹਨੂੰ ਦੇਵਾਂ। ਅਜਿਹੀ ਸਥਿਤੀ ਦੇ ਵਿੱਚ ਜਿਹੜਾ ਜਿਹਨੇ ਪੈਸੇ ਦੇਣੇ ਨੇ, ਜਿਹੜੇ ਕਿੰਨੀ ਪੈਸੇ ਡਿਊ ਹੈਗੇ ਆ, ਉਹ ਰੈਵਨਿਊ ਆਫਿਸਰ ਦੇ ਕੋਲ ਜਾ ਕੇ ਐਪਲੀਕੇਸ਼ਨ ਦੇ ਸਕਦਾ ਹੈ ਵੀ ਆਹ ਪੈਸੇ ਮੈਨੂੰ ਆਹ ਰੀਜ਼ਨ ਹੈ, ਐਪਲੀਕੇਸ਼ਨ ਦੱਸੇਗਾ ਵੀ ਆਹ ਕਾਰਨ ਹੈ ਵੀ ਮੈਂ ਤੁਹਾਡੇ ਕੋਲ ਪੈਸੇ ਕਿਉਂ ਦੇ ਰਿਹਾ, ਤੁਹਾਨੂੰ ਐਪਲੀਕੇਸ਼ਨ ਕਿਉਂ ਦੇ ਰਿਹਾ। ਰੈਵਨਿਊ ਆਫਿਸਰ ਦੀ ਕੋਰਟ 'ਚ ਜਾ ਕੇ ਐਪਲੀਕੇਸ਼ਨ ਦੇ ਸਕਦਾ ਵੀ ਆਹ ਪੈਸੇ ਮੇਰੇ ਵੱਲ ਡਿਊਜ਼ ਹੈਗੇ ਨੇ ਫਲਾਣੇ ਬੰਦੇ ਦੇ, ਫਲਾਣੀ ਟੈਨੈਂਸੀ ਦੇ ਸੰਬੰਧ ਵਿੱਚ ਮੈਂ ਇਹ ਪੇਮੈਂਟ ਅਦਾ ਕਰਨਾ ਚਾਹੁੰਦਾ, ਪਰ ਮੈਨੂੰ ਨਹੀਂ ਪਤਾ ਲੱਗਦਾ ਮੈਂ ਦੇਵਾਂ ਕਿਹਨੂੰ, ਜਾਂ ਜੇ ਮੈਂ ਦਿੰਦਾ ਤਾਂ ਮੈਨੂੰ ਕੋਈ ਰਸੀਦ ਨਹੀਂ ਦਿੰਦਾ, ਜਾਂ ਮੈਂ ਦਿੰਦਾ ਤਾਂ ਮੈਨੂੰ ਪੈਸੇ ਵੱਧ ਮੰਗੇ ਜਾ ਰਹੇ ਨੇ। ਤਾਂ ਰੈਵਨਿਊ ਆਫਿਸਰ ਦੀ ਕੋਰਟ ਜਾ ਕੇ ਦੈਟ ਪਰਸਨ ਮੇ ਅਪਲਾਈ ਟੂ ਅ ਰੈਵਨਿਊ ਆਫਿਸਰ ਫਾਰ ਲੀਵ ਟੂ ਡਿਪੋਜ਼ਿਟ ਦਾ ਸਮ ਇਨ ਹਿਸ ਆਫਿਸ, ਉਹ ਕਹਿ ਸਕਦਾ ਵੀ ਮੇਰੇ ਕੋਲੋਂ ਤੁਸੀਂ ਪੈਸੇ ਜਮ੍ਹਾਂ ਕਰਵਾਓ। ਹਾਂਜੀ ਉਹੀ ਆਪਾਂ ਗੱਲ ਕਰਦੇ ਹਾਂ ਵੀ ਮਾਲਕ, ਅਸਲ ਮਾਲਕ ਮਰ ਗਿਆ, ਜਾਂ ਤਾਂ ਉਹਦੇ ਜੁਆਇੰਟ ਲੈਂਡ ਓਨਰ ਬਣ ਗਏ, 4 ਬਣ ਗਏ, 5 ਬਣ ਗਏ, 6 ਬਣ ਗਏ, ਉਹਨੂੰ ਇਨਹੈਰੀਟੈਂਸ ਨੂੰ ਲੈ ਕੇ ਡਿਸਪਿਊਟ ਕ੍ਰੀਏਟ ਹੋ ਗਿਆ, ਉਹ ਕਹਿੰਦਾ ਮੈਂ ਮਾਲਕਾਂ, ਕਿਸੇ ਕੋਲ ਖਾਨਗੀ ਵਸੀਅਤ ਹੈ, ਕਿਸੇ ਕੋਲ ਰਜਿਸਟਰਡ ਵਸੀਅਤ ਹੈ, ਉਹ ਕਹਿੰਦੇ ਅਸੀਂ ਮਾਲਕਾਂ, ਉਹ ਕਹਿੰਦੇ ਅਸੀਂ ਮਾਲਕਾਂ, ਜੁਆਇੰਟ ਲੈਂਡ ਓਨਰ ਹੋ ਗਈ। ਜਾਂ ਜੁਆਇੰਟ ਲੈਂਡ ਓਨਰ ਪਹਿਲਾਂ ਤੋਂ ਹੀ ਹੋਣ, ਉਹ ਕਹੇ ਮੈਨੂੰ ਪੈਸੇ ਦਿਓ, ਕਹੇ ਮੈਨੂੰ ਪੈਸੇ ਦਿਓ, ਕਹੇ ਮੈਨੂੰ ਪੈਸੇ ਦੇ, ਇੱਥੇ ਆ ਕੇ ਕਨਫਿਊਜ਼ ਹੋਵੇ, ਜਿਹੜਾ ਹੈਗਾ ਟੈਨੈਂਟ ਜਿਹਨੇ ਪੇਮੈਂਟ ਅਦਾ ਕਰਨੀ ਹੋਵੇ ਉਹ ਡਿਸਾਈਡ ਨਾ ਕਰ ਪਾਵੇ ਮੈਂ ਪੈਸੇ ਦੇਣੇ ਕਿਹਨੂੰ ਨੇ,
ਤਾਂ ਉਹ ਰੈਵਨਿਊ ਕੋਡ ਦੇ ਵਿੱਚ ਜਾ ਕੇ ਐਪਲੀਕੇਸ਼ਨ ਦੇ ਸਕਦਾ ਹੈ, ਸਪੈਸੀਫਾਈ ਕਰ ਸਕਦਾ ਹੈ ਵੀ ਆਹ ਮੇਰਾ ਰੀਜ਼ਨ ਹੈਗਾ ਜਿਸ ਕਰਕੇ ਜਿਹੜੀ ਪੇਮੈਂਟ ਹੈ ਮੈਂ ਪਰਸਨਲੀ ਤੌਰ ਤੇ ਕੰਸਰਨ ਪਰਸਨ ਨੂੰ ਦੇਣ ਤੋਂ ਥੋੜਾ ਸਪੀਕਰ ਆਫ ਕਰ ਲਓ ਪਲੀਜ਼। ਠੀਕ ਹੈ ਜੀ, ਰੈਵਨਿਊ ਕੋਡ 'ਚ ਜਾ ਕੇ ਉਹ ਐਪਲੀਕੇਸ਼ਨ ਦੇ ਸਕਦਾ ਹੈ ਤੇ ਰੈਵਨਿਊ ਕੋਡ ਦੇ ਵਿੱਚ ਜਾ ਕੇ ਪੈਸੇ ਪੇਮੈਂਟ ਜਮ੍ਹਾਂ ਕਰਵਾ ਸਕਦਾ है जी। देखो मितलेश जी, आ रही है आवाज? सर बहुत बढ़िया चल रहा है जी। ठीक है जी, कोई दिक्कत नहीं है? जे कोई दिक्कत नहीं फिर प्लीज माइक बंद कर लो, है ना। जे कोई दिक्कत है तो बोल सकता है कोई। जे किसी को आवाज सुन कोई दिक्कत आ रही है तो दस सकता है जी। सर जी कैमरे भी बंद करा दो सर। है जी, कैमरे ऑन करी रखते जी, कैमरे बंद। चलो कोई गल नहीं, ते माइक बंद कर लो प्लीज। ठीक है, कैमरे की कोई गल नहीं है, माइक बंद कर लो। That person may apply to a revenue officer for the leave to deposit the sum in his office। वो कह सकता है भी मेरे तो पैसे तुसी जमा करवा लो, then in his office, and the revenue officer shall receive the deposit if after examining the application। जेकर रेवेन्यू ऑफिसर ਨੂੰ ਦੀ ਜਿਹੜੀ ਅਰਜ਼ੀ ਹੈ ਉਹ ਦੇਖ ਕੇ ਲੱਗਦਾ ਹੈ ਵੀ ਵਾਕਈ ਸਹੀ ਹੈ ਇਹ ਬੰਦਾ, ਤਾਂ ਉਹਦੀ ਜਿਹੜੀ ਪੇਮੈਂਟ ਹੈ ਰੈਵਨਿਊ ਆਫਿਸਰ ਜਮ੍ਹਾਂ ਕਰਵਾ ਸਕਦਾ ਹੈ। ਕਿਹਦੇ ਕੋਲੇ ਜਮ੍ਹਾਂ ਕਰਾਏਗਾ? ਜਿਹੜਾ ਉਹਦਾ ਜਿਵੇਂ ਕਿ WBN ਵਾਸਲਵਾ ਕਿਨਵੀਸ। ਠੀਕ ਹੈ ਜੀ, he is satisfied that there is sufficient ground for the application and if the applicant pays the fee if any। ਤੇ ਉਹਦੇ ਨਾਲ ਹੀ ਕੀ ਹੋਏਗਾ, ਉਹਦੇ ਤੋਂ ਦੂਜੀਆਂ ਪਾਰਟੀਆਂ ਨੂੰ ਸੰਮਨ ਭੇਜਣ ਲਈ ਵੀ ਜਿਹੜੀ ਕਾਸਟ ਹੈ ਉਹ ਲਈ ਜਾਏਗੀ, ਤਲਵਾਨਾ ਫੀਸ ਵੀ ਨਾਲ ਲਈ ਜਾਏਗੀ ਉਸ ਵਿਅਕਤੀ ਤੋਂ, ਤਾਂ ਕਿ ਦੂਜੀਆਂ ਪਾਰਟੀਆਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਰੈਵਨਿਊ ਆਫਿਸਰ ਵੱਲੋਂ ਵੀ ਇਦਾਂ ਇਸ ਕੇਸ ਦੇ ਵਿੱਚ ਇਸ ਜ਼ਮੀਨ ਦੇ ਨੰਬਰ ਖਸਰਾ ਦੇ ਸੰਬੰਧ ਵਿੱਚ ਆ ਜਿਹੜੇ ਪੈਸੇ ਹੈਗੇ ਇੰਨੀ ਅਮਾਉਂਟ ਹੈਗੀ ਹੈ ਫਲਾਣੇ ਵਿਅਕਤੀ ਵੱਲੋਂ ਜਮ੍ਹਾਂ ਕਰਾਈ ਗਈ ਹੈ ਮੇਰੀ ਕੋਰਟ ਦੇ ਵਿੱਚ, ਤੁਸੀਂ ਆ ਕੇ ਫਲਾਣੀ ਤਰੀਕ ਨੂੰ ਇੰਨੇ ਵਜੇ ਲੈ ਸਕਦੇ ਹੋ। ਠੀਕ ਹੈ ਜੀ, ਇਹ ਜਿਹੜਾ ਖਰਚਾ ਹੈਗਾ ਤਲਵਾਨਾ ਹੈ ਨੋਟਿਸ ਜਾਰੀ ਕਰਨ ਦੇ ਸੰਬੰਧੀ, ਇਹ ਵੀ ਉਹ ਵਿਅਕਤੀ ਜਿਹੜਾ ਐਪਲੀਕੈਂਟ ਦਿੰਦਾ ਐਪਲੀਕੇਸ਼ਨ ਦਿੰਦਾ ਹੈ ਉਹਦੇ ਤੋਂ ਲਿਆ ਜਾਵੇਗਾ। सबसेक्शन 138 ਦੀ 2 है जी, when a deposit has been so received the liability of a depositor to the headman or other landowner or the assignee of the land revenue for the amount thereof shall be discharged। ਜਿਹੜੇ ਬੰਦੇ ਨੇ ਪੈਸੇ ਦੇਣੇ ਨੇ ਜਾਂ ਦੇਣੇ ਸੀਗੇ ਉਹਨੇ ਰੈਵਨਿਊ ਕੋਰਟ 'ਚ ਪੇਮੈਂਟ ਜਮ੍ਹਾਂ ਕਰਵਾਤੀ, ਉਹਦੀ ਜਿਹੜੀ ਉਹਦੀ ਲਾਇਬਿਲਿਟੀ ਹੈ ਉਸੇ ਵੇਲੇ ਖਤਮ ਹੋ ਜਾਂਦੀ ਹੈ, ਕਿਉਂਕਿ ਜਿਹੜੀ ਪੇਮੈਂਟ ਹੈ ਰੈਵਨਿਊ ਕੋਰਟ ਜਮ੍ਹਾਂ ਹੋ ਗਈ ਹੈ ਤੇ ਇਸ ਕਰਕੇ ਜਿਹੜੀ ਉਹਦੀ ਲਾਇਬਿਲਿਟੀ ਖਤਮ ਹੋ ਗਈ ਤੇ ਉਹਦੇ ਵੱਲੋਂ ਜਿਹੜਾ ਮਾਮਲਾ ਸੀਗਾ ਜਾਂ ਜੋ ਵੀ ਪਿਆ ਸੀਗਾ ਉਹਦੇ ਵੱਲੋਂ ਦਿੱਤਾ ਜਾਇਆ ਪ੍ਰਜ਼ੂਮ ਕੀਤਾ ਜਾਵੇਗਾ। ਠੀਕ ਹੈ ਜੀ, ਨੈਕਸਟ ਸੈਕਸ਼ਨ ਹੈਗੀ ਹੈ 139 ਪ੍ਰੋਸੀਜਰ ਇਨ ਕੇਸ ਆਫ ਡਿਪੋਜ਼ਿਟ ਔਨ ਅਕਾਊਂਟ ਆਫ ਪੇਮੈਂਟ ਡਿਊ ਟੂ ਦਾ ਗਵਰਨਮੈਂਟ। ਜੇਕਰ ਇਦਾਂ ਦੀ ਕੋਈ ਅਮਾਉਂਟ ਸਰਕਾਰ ਵੱਲੋਂ ਡਿਊ ਹੋਵੇ ਕਿਸੇ ਵਿਅਕਤੀ ਦੇ ਨਾਮ, ਕਿਸੇ ਵਿਅਕਤੀ ਵੱਲੋਂ ਪਤਾ ਕੀਤੀ ਜਾਣੀ ਹੋਵੇ, ਤਾਂ ਉਹ ਵਿਅਕਤੀ ਵੀ ਆ ਕੇ ਜਿਹੜੀ ਪੇਮੈਂਟ ਹੈ ਰੈਵਨਿਊ ਕੋਡ ਦੇ ਵਿੱਚ ਜਮ੍ਹਾਂ ਕਰਵਾ ਸਕਦਾ ਹੈ। सर आवाज नहीं आ रही। ਮਿਥਲੇਸ਼ ਜੀ ਬੋਲ ਰਹੇ ਹੋ? ਹੈਲੋ, ਇੱਕ ਮਿੰਟ, ਤੁਸੀਂ ਆਪਣਾ ਮਾਈਕ ਤਾਂ ਨਹੀਂ ਕਿਤੇ ਆਫ ਕਰ ਰੱਖਿਆ? ਦੇਖੋ ਮਿਥਲੇਸ਼ ਜੀ, ਆ ਰਹੀ ਆਵਾਜ਼? ਹੈਲੋ, हाँ जी, नेक्स्ट है जी प्रोसीजर इन केस ऑफ अदर डिपॉजिट्स। देखो प्रोसीजर फर्दर प्रोसीजर की होएगा, रेवेन्यू ऑफिसर को पेमेंट जमा हो गई तो उन्हें फिर की प्रोसीजर अडॉप्ट करना है। प्रोसीजर सेक्शन 140 पढ़ रहे हैं जी। प्रोसीजर इन केस ऑफ अदर डिपॉजिट्स, रेवेन्यू ऑफिसर रिसीविंग द डिपॉजिट purported to made on any other account, ਨੋਟਿਸ ਭੇਜਿਆ ਜਾਏਗਾ ਪਾਰਟੀਆਂ ਨੂੰ, ਕੰਸਰਨਡ ਪਾਰਟੀਆਂ ਨੂੰ, ਜਿਹਨੇ ਜ਼ਮੀਨ ਦੀਆਂ ਮਾਲਕ ਹੋਣਗੀਆਂ ਜਾਂ ਜਿਹਨੇ ਪੈਸਾ ਲੈਣਾ ਸੀਗਾ ਉਹਨੂੰ ਨੋਟਿਸ ਭੇਜਿਆ ਜਾਵੇਗਾ ਰੈਵਨਿਊ ਆਫਿਸਰ ਵੱਲੋਂ। claims or entitled to the deposit and may pay the amount thereof to any person appearing to him to be entitled to same। ਉਹ ਕੰਸਰਨਡ ਵਿਅਕਤੀ ਨੂੰ ਪੇਮੈਂਟ ਅਦਾ ਕੀਤੀ ਜਾਵੇਗੀ। ਜੇ ਹੁਣ ਪਾਰਟੀਆਂ ਆ ਕੇ ਕਹਿ ਦਿੰਦੀਆਂ ਨੇ
ਵੀ ਸਾਡਾ ਤਾਂ ਜੀ ਦੀਵਾਨੀ ਅਦਾਲਤ ਮੁਕੱਦਮਾ ਚੱਲਦਾ ਜ਼ਮੀਨ ਨੂੰ ਲੈ ਕੇ, ਤਾਂ ਉਨੀ ਦੇਰ ਤੱਕ ਜਿਹੜਾ ਰੈਵਨਿਊ ਆਫਿਸਰ ਹੈ ਉਸ ਪੇਮੈਂਟ ਨੂੰ ਹੋਲਡ ਕਰਕੇ ਰੱਖ ਸਕਦਾ ਹੈ। ਇਹੀ ਇੱਕ ਕਾਰਨ ਹੋ ਸਕਦਾ ਸੀਗਾ ਵੀ ਪਾਰਟੀਆਂ ਨੇ ਉਸਨੇ ਜਿਹੜਾ ਕੰਸਰਨ ਪਰਸਨ ਸੀ ਜਿਹਨੇ ਪੇਮੈਂਟ ਨਹੀਂ ਦਿੱਤੀ, ਪਾਰਟੀਆਂ 'ਚ ਆਪਸੀ ਡਿਸਪਿਊਟ ਸੀ, ਸਿਵਲ ਕੋਰਟ 'ਚ ਕੋਈ ਮੁਕੱਦਮਾ ਚੱਲਦਾ ਸੀਗਾ, ਜਦੋਂ ਰੈਵਨਿਊ ਆਫਿਸਰ ਵੱਲੋਂ ਨੋਟਿਸ ਭੇਜਿਆ ਗਿਆ ਕੰਸਰਨ ਪਾਰਟੀਆਂ ਨੂੰ, ਤਾਂ ਕੰਸਰਨ ਪਾਰਟੀਆਂ ਵਿੱਚੋਂ ਆ ਕੇ ਕਿਸੇ ਨੇ ਕਿਹਾ ਵੀ ਸਾਡਾ ਤਾਂ ਮੁਕੱਦਮਾ ਚੱਲਦਾ ਹੈ ਜੀ, ਠੀਕ ਹੈ, ਤਾਂ ਰੈਵਨਿਊ ਆਫਿਸਰ ਵੱਲੋਂ ਉਨੀ ਦੇਰ ਪੇਮੈਂਟ ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ ਪੇਮੈਂਟ ਹੋਲਡ ਕਰਕੇ ਰੱਖੀ ਜਾ ਸਕਦੀ ਹੈ। ਸਬਸੈਕਸ਼ਨ 2 140 ਦਾ no suit or other proceeding shall be instituted, ਇਹ ਅਜਿਹੀ ਕਾਰਵਾਈ ਦੇ ਸੰਬੰਧ ਵਿੱਚ ਕਿਹੜੀ ਰੈਵਨਿਊ ਆਫਿਸਰ ਨੇ ਪੇਮੈਂਟ ਆਪਣੇ ਕੋਲ ਜਮ੍ਹਾਂ ਕਰਵਾ ਲਈ। ਜੇ ਕੋਈ ਬੰਦਾ ਕਹੇ ਤੁਸੀਂ ਪੇਮੈਂਟ ਆਪਣੇ ਕੋਲ ਕਿਉਂ ਜਮ੍ਹਾਂ ਕਰਵਾਈ, ਪੇਮੈਂਟ ਤਾਂ ਸਾਡੀ ਬਣਦੀ ਸੀਗੀ, ਮੈਨੂੰ ਦਿੱਤੀ ਜਾਣੀ ਸੀ, A ਪਰਸਨ ਕਹਿੰਦਾ ਮੈਨੂੰ ਦਿੱਤੀ ਜਾਣੀ ਸੀਗੀ, B ਪਰਸਨ ਕਹਿੰਦਾ ਮੈਨੂੰ ਦਿੱਤੀ ਜਾਣੀ ਸੀਗੀ। ਹੁਣ ਜੋ ਇੱਕ ਪਾਰਟੀ ਕਹਿੰਦੀ ਹੈ ਮੈਂ ਤਾਂ ਜੀ ਦੀਵਾਨੀ ਅਦਾਲਤ ਵਿੱਚ ਜਾ ਕੇ ਤਹਿਸੀਲਦਾਰ ਦੇ ਖਿਲਾਫ ਰੈਵਨਿਊ ਆਫਿਸਰ ਦੇ ਖਿਲਾਫ ਮੁਕੱਦਮਾ ਦਾਇਰ ਕਰਾਂਗਾ, ਠੀਕ ਹੈ। ਇਹ ਜਿਹੜੀ ਸਬਸੈਕਸ਼ਨ 2 ਹੈ ਇਹਦੇ ਵਿੱਚ ਕਿਹਾ ਗਿਆ ਵੀ ਕੋਈ ਪਾਰਟੀ ਅਜਿਹੇ ਕੇਸਾਂ ਦੇ ਵਿੱਚ ਰੈਵਨਿਊ ਆਫਿਸਰ ਦੇ ਅਗੇਂਸਟ ਜਾ ਕੇ ਸਿਵਲ ਕੋਰਟ ਦੇ ਵਿੱਚ ਕਿਸੇ ਵੀ ਮੁਕੱਦਮਾ ਦਾਇਰ ਨਹੀਂ ਕਰ ਸਕਦੀ, ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਮੁਕੱਦਮਾ ਰੈਵਨਿਊ ਆਫਿਸਰ ਦੇ ਅਗੇਂਸਟ ਮੁਕੱਦਮਾ ਕਰਨ ਦਾ। no suit or other proceeding shall be instituted against the government or against any officer, ਨਾ ਸਰਕਾਰ ਦੇ ਖਿਲਾਫ ਤੇ ਨਾ ਰੈਵਨਿਊ ਆਫਿਸਰ ਦੇ ਖਿਲਾਫ, in respect of anything done by the revenue officer under this section, ਇਸ ਸੈਕਸ਼ਨ ਦੇ ਤਹਿਤ ਜੇ ਕੋਈ ਰੈਵਨਿਊ ਆਫਿਸਰ ਵੱਲੋਂ ਕੋਈ ਪ੍ਰੋਸੀਡਿੰਗ ਕੀਤੀ ਜਾਂਦੀ ਹੈ, ਪੇਮੈਂਟ ਜਮ੍ਹਾਂ ਕਰਵਾਈ ਜਾਂਦੀ ਹੈ, ਨੋਟਿਸ ਭੇਜੇ ਜਾਂਦੇ ਨੇ, ਠੀਕ ਹੈ ਜੀ। ਅਜਿਹੀ ਕਾਰਵਾਈ ਦੇ ਦੌਰਾਨ ਕਿਸੇ ਵੀ ਪਾਰਟੀ ਵੱਲੋਂ ਰੈਵਨਿਊ ਆਫਿਸਰ ਦੇ ਖਿਲਾਫ ਜਾਂ ਸਰਕਾਰ ਨੂੰ ਪਾਰਟੀ ਬਣਾ ਕੇ ਕੋਈ ਮੁਕੱਦਮਾ ਦਾਇਰ ਨਹੀਂ ਕੀਤਾ ਜਾ ਸਕਦਾ। ਪਰ ਜੇਕਰ ਰੈਵਨਿਊ ਆਫਿਸਰ ਵੱਲੋਂ ਕਿਸੇ ਇੱਕ ਪਾਰਟੀ ਨੂੰ ਪੇਮੈਂਟ ਜਮ੍ਹਾਂ ਕਰਾ ਦਿੱਤੀ ਜਾਂਦੀ ਹੈ, ਡਿਸਬਰਸ ਕਰ ਦਿੱਤੀ ਜਾਂਦੀ ਹੈ, ਤਾਂ ਦੂਜੀ ਪਾਰਟੀ ਕੋਲ ਅਧਿਕਾਰ ਹੈਗਾ ਵੀ ਉਹ ਲੱਗਦਾ ਉਸ ਨੂੰ ਵੀ ਇਹ ਪੇਮੈਂਟ ਰੈਵਨਿਊ ਆਫਿਸਰ ਨੇ ਗਲਤ ਦੇਤੀ, ਤਾਂ ਉਸ ਪਾਰਟੀ ਦੇ ਖਿਲਾਫ ਮੁਕੱਦਮਾ ਦਾਇਰ ਕਰਕੇ ਪੇਮੈਂਟ ਜੇ ਉਹ ਚਾਹੁੰਦਾ ਹੈ ਤਾਂ ਵਾਪਸ ਲੈ ਸਕਦਾ ਹੈ। ਪਰ ਜੇਕਰ ਕੋਰਟ ਚਾਹੇ ਤਾਂ ਉਹ ਮਤਲਬ ਕਿ ਉਸ ਬੰਦੇ ਦੇ ਖਿਲਾਫ ਦਾਅਵਾ ਦਾਇਰ ਕਰ ਸਕਦਾ ਹੈ ਵੀ ਪੇਮੈਂਟ ਦਾ ਮੈਂ ਇੰਟਾਈਟਲ ਹਾਂ, ਇਹਨੂੰ ਪੇਮੈਂਟ ਗਲਤ ਦਿੱਤੀ ਗਈ ਹੈ, ਇੰਟਾਈਟਲ ਟੂ ਰਿਸੀਵ ਦਾ ਅਮਾਉਂਟ ਆਫ ਐਨੀ ਸਚ ਡਿਪੋਜ਼ਿਟ ਫਰੋਮ ਰਿਕਵਰਿੰਗ ਇਟ ਫਰੋਮ ਏ ਪਰਸਨ, ਉਸ ਪਰਸਨ ਤੋਂ ਰਿਕਵਰੀ ਕਰਨ ਦੀ ਖਾਤਰ ਉਹ ਮੁਕੱਦਮਾ ਦਾਇਰ ਕਰ ਸਕਦਾ ਹੈ, ਯਾਨੀ ਕਿ ਪਰਸਨ ਦੇ ਖਿਲਾਫ ਹੋ ਜਾਣ ਤੋਂ ਉਹਨੂੰ ਨਹੀਂ ਰੋਕਿਆ ਜਾ ਸਕਦਾ, ਰੈਵਨਿਊ ਆਫਿਸਰ ਦੇ ਖਿਲਾਫ ਨਹੀਂ ਆ ਸਕਦਾ। ਇਹ ਜਿਹੜਾ ਚੈਪਟਰ ਹੈ ਤੁਹਾਡਾ ਇਹਦੇ ਵਿੱਚ ਅੱਗੇ ਆ ਗਿਆ ਸੈਕਸ਼ਨ 141 ਐਗਜ਼ੀਕਿਊਸ਼ਨ ਆਫ ਆਰਡਰਸ ਆਫ ਦਾ ਸਿਵਲ ਐਂਡ ਦਾ ਕ੍ਰਿਮੀਨਲ ਕੋਰਟਸ ਬਾਈ ਦਾ ਰੈਵਨਿਊ ਆਫਿਸਰਸ। ਆਪਾਂ ਰੋਜ਼ ਹੀ ਕਰਦੇ ਆ ਜੀ, ਐਗਜ਼ੀਕਿਊਸ਼ਨ ਕਰਦੇ ਆ, ਕਾਰਵਾਈ। ਐਗਜ਼ੀਕਿਊਸ਼ਨ ਮਤਲਬ ਸਾਡੇ ਕੋਲੇ ਸਿਵਲ ਕੋਰਟਾਂ ਵੱਲੋਂ ਕ੍ਰਿਮੀਨਲ ਕੋਰਟਾਂ ਵੱਲੋਂ ਕਈ ਜਿਹੜੇ ਹੈਗੇ ਆ ਆਰਡਰਸ ਆ ਜਾਂਦੇ ਨੇ ਅਟੈਚਮੈਂਟ ਦੇ, ਆਕਸ਼ਨਸ ਦੇ, ਸੇਲ ਦੇ, ਹਾਂਜੀ। ਉਹਨਾਂ ਆਰਡਰਾਂ ਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹ ਰੈਵਨਿਊ ਆਫਿਸਰਸ ਵੱਲੋਂ ਕੀਤੀ ਜਾਂਦੀ ਹੈ। ਇੱਥੇ ਇਹ ਸਪੈਸ਼ਲ 141 ਸੈਕਸ਼ਨ 'ਚ ਕਿਹਾ ਗਿਆ ਆਰਡਰਸ ਆਫ ਦਾ ਸਿਵਲ ਐਂਡ ਕ੍ਰਿਮੀਨਲ ਕੋਰਟਸ ਫਾਰ ਦਾ ਐਗਜ਼ੀਕਿਊਸ਼ਨ ਆਫ ਦਾ ਪ੍ਰੋਸੈਸਸ ਅਗੇਂਸਟ ਲੈਂਡ, ਜ਼ਮੀਨ ਦੇ ਸੰਬੰਧ ਵਿੱਚ ਜਾਂ ਪ੍ਰੋਡਿਊਸ ਦੇ ਸੰਬੰਧ ਵਿੱਚ, ਪ੍ਰੋਡਿਊਸ ਪੈਦਾਵਾਰ, ਅਡਰੈਸ ਟੂ ਦਾ ਰੈਵਨਿਊ ਆਫਿਸਰ, ਮਤਲਬ ਕਿ ਰੈਵਨਿਊ ਆਫਿਸਰ ਨੂੰ ਅਡਰੈਸ ਕੀਤਾ ਜਾਏਗਾ, ਜਿਹੜਾ ਸਮਨ ਭੇਜਿਆ ਜਾਵੇਗਾ, ਇੱਦਾਂ ਦਾ ਆਰਡਰ ਭੇਜਿਆ ਜਾਵੇਗਾ ਸਿਵਲ ਕੋਰਟ ਵੱਲੋਂ ਰੈਵਨਿਊ ਆਫਿਸਰ ਨੂੰ ਐਡਰੈਸ ਕੀਤਾ ਜਾਵੇਗਾ। ਰੈਵਨਿਊ ਆਫਿਸਰ ਨੂੰ ਕਲੈਕਟਰ ਨੂੰ ਵੀ ਐਡਰੈਸ ਕੀਤਾ ਜਾ ਸਕਦਾ ਹੈ, ਜ਼ਿਆਦਾਤਰ ਕਲੈਕਟਰ ਨੂੰ ਐਡਰੈਸ ਹੁੰਦੇ ਨੇ ਇੱਦਾਂ ਦੇ ਆਰਡਰ ਸਿਵਲ ਕੋਰਟਾਂ ਵੱਲੋਂ, ਕ੍ਰਿਮੀਨਲ ਕੋਰਟਾਂ ਵੱਲੋਂ। ਪਰ ਕੰਸਰਨਡ ਜੇਕਰ ਚਾਹੇ ਤਾਂ ਜਿਹੜੀ ਸਿਵਲ ਕੋਰਟ ਹੈ ਜਾਂ ਕ੍ਰਿਮੀਨਲ ਕੋਰਟ ਹੈ, ਜੇਕਰ ਚਾਹੇ ਤਾਂ ਕੰਸਰਨਡ ਜਿਸ ਏਰੀਆ ਦਾ ਜਿਹੜਾ ਆਫਿਸਰ ਹੈਗਾ, ਤਹਿਸੀਲਦਾਰ ਹੈ ਜਾਂ ਨਾਇਬ ਤਹਿਸੀਲਦਾਰ ਹੈ, ਉਸ ਕੰਸਰਨਡ ਆਫਿਸਰ ਨੂੰ ਡਾਇਰੈਕਟਲੀ ਤੌਰ ਤੇ ਵੀ ਅਟੈਚ ਕਰਕੇ ਜਿਹੜਾ ਆਰਡਰ ਹੈਗਾ ਭੇਜਿਆ ਜਾ ਸਕਦਾ। ਜਿਵੇਂ ਕਿ ਆਪਣੇ ਕੋਲ ਰੋਜ਼ ਹੀ ਆਉਂਦੇ ਆ, ਕਈ ਵਾਰੀ ਦਾ ਆਰਡਰ ਥਰੂ ਡੀਸੀ ਹੋ ਕੇ ਆਉਂਦਾ, ਕਈ ਵਾਰੀ ਆਰਡਰ ਆਪਣੇ ਕੋਲ ਡਾਇਰੈਕਟ ਆ ਜਾਂਦਾ ਹੈਗਾ। ਇਹ ਉਹੀ ਗੱਲ ਕਿੱਥੇ ਕਹੀ ਗਈ ਹੈ ਸੈਕਸ਼ਨ 141 ਦੇ ਵਿੱਚ, ਆਰਡਰਸ ਆਫ ਦਾ ਸਿਵਲ ਐਂਡ ਕ੍ਰਿਮੀਨਲ ਕੋਰਟਸ ਫਾਰ ਦਾ ਐਗਜ਼ੀਕਿਊਸ਼ਨ ਆਫ ਦਾ ਪ੍ਰੋਸੈਸਸ ਅਗੇਂਸਟ ਲੈਂਡ or the produce thereof to be attached to the revenue officer. Order issued by the civil court or criminal court for the attachment ਹੋਵੇ, sale ਹੋਵੇ ਜਾਂ delivery of any land ਹੋਵੇ, ਜਾਂ ਕਿਸੇ ਨੂੰ ਕਬਜ਼ੇ ਕਾਰਵਾਈ ਨੂੰ ਲੈ ਕੇ ਹੋਵੇ, ਜਾਂ ਕੋਈ ਹੋਰ ਇੰਟਰਸਟ ਹੋਵੇ ਜ਼ਮੀਨ ਦੇ ਵਿੱਚ, or for the attachment or sale of produce, ਜਾਂ ਉਸ ਖੇਤ ਦੇ ਵਿੱਚ ਜਿਹੜੀ ਕੋਈ ਪੈਦਾਵਾਰ ਹੋਈ ਹੈ, ਕਣਕ ਹੋਈ ਹੈ ਜਾਂ ਕੋਈ ਜੀਰੀ ਹੋਈ ਹੈ, ਠੀਕ ਹੈ, ਕੋਈ ਵੀ ਫਸਲ ਹੈਗੀ ਹੈ, ਉਹਨੂੰ ਅਟੈਚ ਕੀਤਾ ਜਾਣਾ ਹੋਵੇ ਜਾਂ ਅਟੈਚ ਕਰਕੇ ਉਸ ਫਸਲ ਨੂੰ ਸੇਲ ਕੀਤਾ ਜਾਣਾ ਹੋਵੇ, ਅਜਿਹਾ ਕੋਈ ਵੀ ਆਰਡਰ ਹੋਵੇ, ਸ਼ੈਲ ਬੀ ਐਡਰੈਸਡ ਟੂ ਦਾ ਕਲੈਕਟਰ
ਉਹ ਕੀ ਕਹਿੰਦੇ ਆ ਵੀ ਉਹ ਜਿਹੜਾ ਆਰਡਰ ਹੈਗਾ ਸਿਵਲ ਕੋਰਟ ਵੱਲੋਂ ਭੇਜਿਆ ਜਾਣਾ ਹੈ ਉਹ ਕਲੈਕਟਰ ਨੂੰ ਐਡਰੈਸ ਹੋਏਗਾ ਔਰ ਸੱਚ ਰੈਵਨਿਊ ਆਫੀਸਰ ਜਾਂ ਉਸ ਰੈਵਨਿਊ ਆਫੀਸਰ ਨੂੰ ਐਡਰੈਸ ਹੋਏਗਾ ਐਜ਼ ਦਾ ਕਲੈਕਟਰ ਮੇ ਅਪਾਇੰਟ ਇਨ ਹਿਜ ਬਿਹਾਫ ਵੀ ਆਪਣੇ ਬਿਹਾਫ ਤੇ ਜਿਹੜੇ ਆਫੀਸਰ ਨੂੰ ਰੈਵਨਿਊ ਆਫੀਸਰ ਨੂੰ ਪਾਵਰਸ ਦਿੱਤੀਆਂ ਗਈਆਂ ਨੇ ਯਾਨੀ ਕਿ ਜਿਹਦੀ ਕੰਟਰੋਲਿੰਗ ਅਥਾਰਟੀ ਦੇ ਵਿੱਚ ਕੋਈ ਰੈਵਨਿਊ ਆਫੀਸਰ ਕੰਮ ਕਰਦਾ ਹੈ ਕਿਸੇ ਵੀ ਤਹਿਸੀਲ ਦੇ ਵਿੱਚ ਸਬ ਤਹਿਸੀਲ ਦੇ ਵਿੱਚ ਉਸ ਰੈਵਨਿਊ ਆਫੀਸਰ ਨੂੰ ਡਾਇਰੈਕਟਲੀ ਤੌਰ ਤੇ ਭੇਜਿਆ ਜਾ ਸਕਦਾ ਹੈ and be executed by the collector or that officer in accordance with the provisions of the law applicable to the civil court issuing the orders and with the rules consistent therewith ਤਾਂ ਫਿਰ ਜਿਹੜਾ ਵੀ ਉਹ ਆਰਡਰ ਐਗਜ਼ੀਕਿਊਟ ਕਰਨਾ ਹੈ ਰੈਵਨਿਊ ਆਫੀਸਰ ਨੇ ਉਹ ਅੰਡਰ ਰੂਲਸ ਐਗਜ਼ੀਕਿਊਟ ਕੀਤਾ ਜਾਵੇਗਾ। ਠੀਕ ਹੈ ਜੀ, ਜਿਹੜੇ ਕਿ ਰੂਲਸ ਸਰਕਾਰ ਵੱਲੋਂ ਬਣਾਏ ਜਾਂਦੇ ਨੇ ਜਾਂ ਸਿਵਲ ਐਫਸੀਆਰ ਵੱਲੋਂ ਬਣਾਏ ਜਾਂਦੇ ਨੇ। then ਹੈਗਾ attachment of assigned land revenue section 142 ਇਹ ਕੀ ਹੈ ਮੰਨ ਲਓ ਕਿਸੇ ਵਿਅਕਤੀ ਨੂੰ ਜਿਹੜਾ ਲੈਂਡ ਰੈਵਨਿਊ ਅਸਾਈਨ ਕੀਤਾ ਜਾਂਦਾ ਹੈ ਜੇ ਕਿਸੇ ਜ਼ਗੀਰਦਾਰ ਨੂੰ ਜਿਹੜਾ ਹੈਗਾ ਅਸਾਈਨ ਕੀਤਾ ਜਾਂਦਾ ਹੈ ਲੈਂਡ ਰੈਵਨਿਊ ਉਸ ਲੈਂਡ ਰੈਵਨਿਊ ਦੀ ਜਿਹੜੀ ਅਟੈਚਮੈਂਟ ਹੈ ਉਹਦਾ ਕੀ ਪ੍ਰੋਸੈਸ ਦੱਸਿਆ ਗਿਆ ਇਹਦੇ ਵਿੱਚ attachment of assigned land revenue notwithstanding anything contained in these rules an order issued by any court for the attachment of assigned land revenue ਕੋਈ ਕੋਰਟ ਰੈਵਨਿਊ ਕੋਰਟ ਜਾਂ ਸਿਵਲ ਕੋਰਟ ਅਸਾਈਨ ਕੀਤਾ ਗਿਆ ਲੈਂਡ ਰੈਵਨਿਊ ਜਿਹੜਾ ਮਾਮਲਾ ਹੈਗਾ ਕਿਸੇ ਨੰਬਰਦਾਰ ਜਾਂ ਜ਼ਗੀਰਦਾਰ ਨੂੰ ਅਸਾਈਨ ਕੀਤਾ ਜਾਣਾ ਉਹਨੂੰ ਅਟੈਚ ਕਰ ਲੈਂਦੀ ਹੈ। ਮੰਨ ਲਓ ਕਿਸੇ ਜ਼ਗੀਰਦਾਰ ਨੇ ਕੋਈ ਪੈਸੇ ਦੇਣੇ ਸੀ ਕਿਸੇ ਦੇ, ਠੀਕ ਹੈ, ਉਹਦੇ ਖਿਲਾਫ ਕੋਈ ਡਿਗਰੀ ਪਾਸ ਹੋ ਗਈ, ਕੰਸਰਨ ਪਰਸਨ ਨੇ ਜਾ ਕੇ ਇਨਫੋਰਮੇਸ਼ਨ ਦਿੱਤੀ ਵੀ ਇੰਨਾ ਜਿਹੜਾ ਮਾਮਲਾ ਹੈਗਾ ਇਹਨੂੰ ਸਰਕਾਰ ਵੱਲੋਂ ਅਸਾਈਨ ਕੀਤਾ ਜਾਂਦਾ ਹੈ, ਹਰ ਸਾਲ ਦਿੱਤਾ ਜਾਂਦਾ ਹੈ ਤਹਿਸੀਲਦਾਰ ਵੱਲੋਂ ਬਾਸਲਵਾਕੀ ਨਵੀਸ ਵੱਲੋਂ, ਤਾਂ ਉਹਦਾ ਜਿਹੜਾ ਪ੍ਰੂਫ ਹੈ ਉਹ ਕੋਰਟ 'ਚ ਲਗਾ ਦਿੰਦਾ ਤੇ ਕੋਰਟ ਕੀ ਕਰਦੀ ਹੈ ਉਹਦੇ ਜਿਹੜੇ ਇਹ ਅਸਾਈਨ ਕੀਤਾ ਗਿਆ ਲੈਂਡ ਰੈਵਨਿਊ ਉਹਨੂੰ ਅਟੈਚ ਕਰ ਲੈਂਦੀ ਹੈ। ਠੀਕ ਹੈ ਜੀ, ਅਟੈਚਡ of the assigned land revenue shall require the person by whom the revenue is payable to pay it to the collector ਤਾਂ ਕੀ ਹੈ ਉਹਨਾਂ ਮਾਲਕਾਂ ਵੱਲੋਂ ਜਿਨ੍ਹਾਂ ਵੱਲੋਂ ਉਹ ਡਿਊ ਸੀਗਾ ਮਾਮਲਾ ਅਦਾ ਕਰਨਾ ਸੀਗਾ ਇਹ ਨਹੀਂ ਹੈਗਾ ਵੀ ਉਹ ਨਹੀਂ ਦੇਣਗੇ, ਉਹਨਾਂ ਵੱਲੋਂ ਮਾਮਲਾ ਲਿਆ ਜਾਏਗਾ ਪਰ ਉਹ ਕਲੈਕਟਰ ਦੇ ਕੋਲੇ ਪੈਂਡਿੰਗ ਰਹੇਗਾ, ਮਤਲਬ ਬਾਸਲਵਾਕੀ ਨਵੀਸ ਦੇ ਕੋਲੇ ਪਿਆ ਰਹੇਗਾ ਐਂਡ ਦਾ ਕਲੈਕਟਰ ਟੂ ਹੋਲਡ ਇਟ ਸਬਜੈਕਟ ਟੂ ਦਾ ਫਰਦਰ ਆਰਡਰਸ ਆਫ ਦਾ ਕੋਰਟ ਯਾਨੀ ਕਿ ਬਾਸਲਵਾਕੀ ਨਵੀਸ ਯਾਨੀ ਕਿ ਰੈਵਨਿਊ ਆਫਿਸਰ ਅੰਡਰ ਦਾ ਕੰਟਰੋਲ ਆਫ ਦਾ ਕਲੈਕਟਰ ਬਾਸਲਵਾਕੀ ਨਵੀਸ ਕੋਲੇ ਜਿਹੜਾ ਰੈਵਨਿਊ ਆਫਿਸਰ ਹੈ ਉਹ ਮਾਮਲੇ ਨੂੰ ਉਨੀ ਦੇਰ ਤੱਕ ਜਿਹੜਾ ਇਕੱਠਾ ਕੀਤਾ ਗਿਆ ਜਦੋਂ ਤੱਕ ਸਿਵਲ ਕੋਰਟ ਦਾ ਅਗਲਾ ਆਰਡਰ ਨਹੀਂ ਆ ਜਾਂਦਾ ਉਨੀ ਦੇਰ ਤੱਕ ਉੱਥੇ ਹੋਲਡ ਕਰਕੇ ਰੱਖਿਆ ਜਾਵੇਗਾ। ਦੈਨ ਕੀ ਹੈ ਸਬਸੈਕਸ਼ਨ 242 ਦੀ A payment to the collector under subsection 1 shall be an factual discharge to the person making it ਵੀ ਜਿਨ੍ਹਾਂ ਵਿਅਕਤੀਆਂ ਨੇ ਇਹ ਜਿਹੜੀ ਪੇਮੈਂਟ ਦੇਣੀ ਸੀਗੀ ਉਹਨਾਂ ਨੂੰ ਡਿਸਚਾਰਜ ਕੀਤਾ ਜਾਵੇਗਾ ਇਸ ਤੋਂ ਕਿਉਂਕਿ ਉਹ ਪੇਮੈਂਟ ਦੇ ਚੁੱਕੇ ਹੈ। ਇਹ ਨਹੀਂ ਕਹੇਗਾ ਜਾ ਕੇ ਜਿਹੜਾ ਜ਼ਗੀਰਦਾਰ ਹੈ ਵੀ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਮੁਕੱਦਮਾ ਦਾਇਰ ਕਰੇ ਵੀ ਇਹਨਾਂ ਨੇ ਪੇਮੈਂਟ ਨਹੀਂ ਦਿੱਤੀ, ਉਹਨਾਂ ਨੇ ਪੇਮੈਂਟ ਦੇ ਚੁੱਕੀ ਇਸ ਕਰਕੇ ਉਹਨਾਂ ਦੀ ਜਿਹੜੀ ਲਾਇਬਿਲਿਟੀ ਹੈ ਉਹ ਖਤਮ ਹੋ ਚੁੱਕੀ, ਰੈਵਨਿਊ ਆਫਿਸਰ ਕੋਲ ਜਿਹੜਾ ਮਾਮਲਾ ਹੈਗਾ ਉਹ ਪਿਆ ਹੈਗਾ। ਠੀਕ ਹੈ ਜੀ, ਨੈਕਸਟ ਹੈਗਾ ਜੀ ਇਹਦਾ ਪ੍ਰੀਜ਼ਰਵੇਸ਼ਨ ਆਫ ਅਟੈਚਡ ਪ੍ਰੋਡਿਊਸ। ਮੰਨ ਲਓ ਕਿਸੇ ਕੋਰਟ ਨੇ ਸਿਵਲ ਕੋਰਟ ਨੇ ਜਾਂ ਰੈਵਨਿਊ ਕੋਰਟ ਨੇ ਜਿਹੜੀ ਕੋਈ ਪ੍ਰੋਡਿਊਸ ਹੈ ਕਣਕ ਦਾ ਢੇਰ ਹੈ ਮੰਨ ਲਓ, ਠੀਕ ਹੈ, ਜਾਂ ਜੀਰੀ ਦਾ ਢੇਰ ਹੈ ਉਹਨੂੰ ਅਟੈਚ ਕਰ ਲਿਆ। ਹੁਣ ਢੇਰ ਨੂੰ ਅਟੈਚ ਤਾਂ ਕਰ ਲਿਆ, ਉਹ ਇਹ ਥੋੜਾ ਵੀ ਬਾਹਰੀ ਪਈ ਰਹੇਗੀ, ਉਹਨੂੰ ਪ੍ਰੀਜ਼ਰਵ ਵੀ ਕਰਨਾ ਹੈ, ਉਹਨੂੰ ਸੰਭਾਲ ਕੇ ਵੀ ਰੱਖਣਾ ਹੈ। ਠੀਕ ਹੈ, ਅਟੈਚ ਹੋਣ ਤੋਂ ਬਾਅਦ ਮਤਲਬ ਜਿਹੜੇ ਵਿਅਕਤੀ ਨੇ ਉਹ ਜ਼ਮੀਨ ਨੂੰ ਫਸਲ ਨੂੰ ਬੀਜਿਆ ਸੀਗਾ ਉਹਨੂੰ ਇਕੱਠੀ ਕਰਨ ਦਾ ਅਧਿਕਾਰ ਹੈਗਾ। ਠੀਕ ਹੈ, ਉਹ ਇਕੱਠੀ ਵੀ ਕਰੇਗਾ, ਕੱਟੇਗਾ ਵੀ, ਵੱਢੇਗਾ ਵੀ, ਉਹਨੂੰ ਵਾਹੇਗਾ ਵੀ ਤੇ ਉਹਨੂੰ ਜਿਹੜਾ ਹੈਗਾ ਸਾਫ ਸਫਾਈ ਕਰਕੇ ਉਹਨੂੰ ਇਕੱਠੀ ਕਰੇਗਾ। ਪ੍ਰੀਜ਼ਰਵੇਸ਼ਨ ਆਫ ਅਟੈਚਡ ਪ੍ਰੋਡਿਊਸ ਦੇਖੋ ਸਬਸੈਕਸ਼ਨ 1 ਕੀ ਕਹਿੰਦਾ ਹੈ the attachment of the produce of any land in pursuance of an order of any court or other authority shall not prevent the person to whom the produce belongs ਜਿਹੜੇ ਵਿਅਕਤੀ ਦੀ ਉਹ ਫਸਲ ਹੈਗੀ ਹੈ ਉਹਨੂੰ ਰੋਕਿਆ ਨਹੀਂ ਜਾਵੇਗਾ ਕਾਹਦੇ ਲਈ from reaping, gathering or storing। ਉਹ ਰੀਪ ਵੀ ਕਰੇਗਾ, ਉਹਨੂੰ ਗੈਦਰ ਵੀ ਕਰੇਗਾ ਤੇ ਜਿੱਥੇ ਰੈਵਨਿਊ ਆਫਿਸ ਚਾਹੇਗਾ ਉਹਨੂੰ ਉੱਥੇ ਸਟੋਰ ਕਰਕੇ ਵੀ ਰੱਖੇਗਾ। ਮੰਨ ਲਓ ਖੇਤ ਦੇ ਵਿੱਚ ਕੋਈ ਕੋਠਾ ਹੈਗਾ ਉੱਥੇ ਵੀ ਉਸਨੂੰ ਰੈਵਨਿਊ ਆਫਿਸ ਜਿਹੜਾ ਹੈਗਾ ਉਹਨੂੰ ਅਟੈਚ ਕਰਕੇ ਸਟੋਰ ਕਰਕੇ ਰਖਵਾਇਆ ਜਾ ਸਕਦਾ ਹੈ। ਔਰ ਡੂਇੰਗ ਐਨੀ ਅਦਰ ਐਕਟ ਨੈਸੈਸਰੀ ਫਾਰ ਇਟਸ ਪ੍ਰੀਜ਼ਰਵੇਸ਼ਨ ਕੋਈ ਵੀ ਕੰਮ ਜਿਹੜਾ ਉਸ ਨੂੰ ਫਸਲ ਨੂੰ ਸੰਭਾਲ ਕੇ ਰੱਖਣ ਲਈ ਹੈਗਾ ਉਹ ਜਿਹੜਾ ਮਾਲਕ ਹੈ ਜਿਹਨੇ ਫਸਲ ਬੀਜੀ ਸੀਗੀ ਉਦੋਂ ਤੋਂ ਕਰਵਾਇਆ ਜਾ ਸਕਦਾ ਹੈ।
देन की है सबसेक्शन 2, द अटैचिंग ऑफिसर शैल डू और cause to be done all the acts necessary for the preservation of the produce if the person to whom it belongs fails to do so। ਜੋ ਵਿਅਕਤੀ ਜਿਹੜਾ ਹੈ ਕੰਸਰਨਡ ਹੈ ਉਹ ਬੰਦਾ ਨਹੀਂ ਕਰਦਾ ਜਾਂ ਫੇਲ ਹੋ ਜਾਂਦਾ ਹੈ ਕਰਨ ਦੇ ਵਿੱਚ, ਉਹਨੂੰ ਕੱਟਣ ਦੇ ਵਿੱਚ, ਵੱਢਣ ਦੇ ਵਿੱਚ, ਸਟੋਰ ਕਰਨ ਤੇ ਰੱਖਣ ਦੇ ਵਿੱਚ, ਤਾਂ ਰੈਵਨਿਊ ਅਫਸਰ ਆਪਦੇ ਪੱਧਰ ਤੇ ਆਪਣੀ ਜਿਹੜੀ ਏਜੰਸੀ ਹੈਗੀ ਹੈ ਉਸ ਏਜੰਸੀ ਦੇ ਰਾਹੀਂ ਇੱਕ ਨੰਬਰਦਾਰ ਪਟਵਾਰੀ ਕਾਨੂੰਗੋ ਹਲਕਾ ਰਾਹੀਂ ਉਸ ਜਿਹੜੀ ਫਸਲ ਹੈ ਉਹਨੂੰ ਕਟਵਾ ਸਕਦਾ ਹੈ, ਕਟਵਾ ਕੇ ਉਹਨੂੰ ਇਕੱਠੀ ਕਰਵਾ ਕੇ ਸਟੋਰ ਕਰ ਸਕਦਾ ਹੈ, ਜਿੱਥੇ ਵੀ ਚਾਹੇ ਰੱਖੀ ਜਾ ਸਕਦੀ ਹੈ ਅਟੈਚ ਕੀਤੀ ਗਈ ਜਿਹੜੀ ਫਸਲ ਹੈਗੀ ਹੈ। ਦੈਨ ਕੀ ਹੈ ਵੈਨ ਸੇਲ ਆਫ ਪ੍ਰੋਡਿਊਸ ਫੋਲੋਜ਼, ਇਸ ਤੋਂ ਬਾਅਦ ਕੀ ਹੋਏਗਾ, ਸੇਲ ਹੁੰਦੀ ਹੈ ਅਟੈਚ ਕੀਤੀ ਗਈ ਫਸਲ ਦੀ। ਵੈਨ ਸੇਲ ਆਫ ਪ੍ਰੋਡਿਊਸ ਫੋਲੋਜ਼ ਔਨ ਇਟਸ ਅਟੈਚਮੈਂਟ ਤੋਂ ਬਾਅਦ ਸੇਲ ਹੋਏਗੀ, ਦ ਪਰਚੇਜ਼ਰ ਸ਼ੈਲ ਬੀ ਇੰਟਾਈਟਲ ਬਾਈ ਹਿਮਸੈਲਫ, ਜਿਹੜਾ ਪਰਚੇਜ਼ਰ ਹੈ ਤਾਂ ਉਹਨੂੰ ਜਿੱਥੇ ਫਸਲ ਪਈ ਆ ਉਹਨੂੰ ਤਾਂ ਚੱਕਣ ਦਾ ਜਾਂ ਉਹਦੇ ਬੰਦਿਆਂ ਨੂੰ ਚੱਕਣ ਦਾ, ਜੇ ਮਾਲਕ ਕਹੇ ਜਿਹੜਾ ਜਿਹਨੇ ਬੀਜੀ ਸੀ ਤੇ ਉਹ ਕਹੇ ਵੀ ਮੈਂ ਨਹੀਂ ਤੈਨੂੰ ਵੜਨ ਦਿੰਦਾ ਅੰਦਰ ਆਪਣੇ ਖੇਤ ਦੇ ਵਿੱਚ ਜਾਂ ਆਪਣੇ ਕੋਠੇ ਦੇ ਅੰਦਰ, ਖੇਤ ਦੇ ਵਿੱਚ ਜਿੱਥੇ ਵੀ ਫਸਲ ਇਕੱਠੀ ਕਰਕੇ ਰੱਖੀ ਗਈ ਹੈ ਤੇ ਮਾਲਕ ਕਹੇ ਮੈਂ ਨਹੀਂ ਤੈਨੂੰ ਐਂਟਰੀ ਕਰਨ ਦਿੰਦਾ। ਪਰ ਇਸ ਸੈਕਸ਼ਨ ਦੇ ਤਹਿਤ ਜਿਹੜੀ ਸੈਕਸ਼ਨ 3 ਹੈਗੀ ਹੈ 143 ਦੀ, ਉਹ ਵਿਅਕਤੀ ਖੁਦ ਵੀ ਜਾਂ ਉਹਦਾ ਕੋਈ ਵਿਅਕਤੀ, ਕੋਈ ਉਹਦਾ ਨੌਕਰ ਉਸ ਜਗ੍ਹਾ ਤੇ ਜਿੱਥੇ ਉਹ ਫਸਲ ਪਈ ਵੀ ਹੈ ਉਹਨੂੰ ਜੇ ਖਰੀਦ ਲਈ ਉਸਨੇ, ਖਰੀਦਣ ਤੋਂ ਬਾਅਦ ਉਸਨੂੰ ਉੱਥੇ ਐਂਟਰ ਕਰ ਸਕਦਾ ਹੈ। ਠੀਕ ਹੈ ਜੀ। नेक्स्ट आ गई डिवीजन ऑफ द प्रोड्यूस, सेक्शन 144 डिवीजन ऑफ प्रोड्यूस। जे कोई प्रोड्यूस है, पैदावार है, वो वंडी जानी है, ठीक है। पार्टियां का आपसी हैगा भी किवें वंडनी है, किसी ने 1/3 लेनी है, किसी ने अद्धे उद्धे लेनी है, 50% वंडी जानी है, ठीक है। किसी का 2/3 हिस्सा या 1/3 हिस्सा है मालकां दा आपस दे विच। वेयर लैंड रेवेन्यू इज पेड बाय डिवीजन, जेकर ये शर्त लगी हुई है भी ਜਿਹੜਾ ਮਾਮਲਾ ਹੈਗਾ ਉਹ ਫਸਲ ਵੰਡਣ ਤੋਂ ਉਪਰੰਤ ਹੀ ਦਿੱਤਾ ਜਾਵੇਗਾ। ਪਾਰਟੀਆਂ ਦਾ ਆਪਸੀ ਸਮਝੌਤਾ ਹੈ, ਐਗਰੀਮੈਂਟ ਹੈ, ਜਿਹੜਾ ਲੈਂਡ ਰੈਵਨਿਊ ਪੇ ਕੀਤਾ ਜਾਣਾ ਹੈ ਉਹ ਫਸਲ ਵੰਡਣ ਤੋਂ ਬਾਅਦ ਹੀ ਪੇ ਕੀਤਾ ਜਾਵੇਗਾ। ਵੇਅਰ ਲੈਂਡ ਰੈਵਨਿਊ ਇਜ਼ ਪੇਡ ਬਾਈ ਡਿਵੀਜ਼ਨ ਔਰ ਪਲੇਸਮੈਂਟ ਆਫ ਦਾ ਪ੍ਰੋਡਿਊਸ, ਪੈਦਾਵਾਰ ਨੂੰ ਦੀ ਵੰਡ ਹੋਣ ਉਪਰੰਤ ਹੀ ਜਿਹੜਾ ਮਾਮਲਾ ਅਦਾ ਕੀਤਾ ਜਾਵੇਗਾ। ਔਰ ਵੇਅਰ ਸੁਪੀਰੀਅਰ ਔਰ ਇਨਫੀਰੀਅਰ ਲੈਂਡ ਓਨਰ ਔਰ 2 or more ਸ਼ੇਅਰ ਹੋਲਡਰਸ, 2 ਜਾਂ 2 ਤੋਂ ਜ਼ਿਆਦਾ ਜਿਹੜੇ ਸ਼ੇਅਰ ਹੋਲਡਰ ਨੇ ਉਹਨਾਂ ਦੇ ਵਿਚਕਾਰ ਕੋਈ ਡਿਸਪਿਊਟ ਪੈ ਜਾਵੇ ਔਰ ਟੈਨੈਂਸੀ ਆਰ ਜੁਆਇੰਟਲੀ ਇੰਟਰਸਟਡ ਇਨ ਐਨੀ ਪ੍ਰੋਡਿਊਸ and either or any of the land owner or tenant as the case may be desire the assistance of the revenue officer। ਪ੍ਰੋਡਿਊਸ ਨੂੰ ਲੈ ਕੇ ਆਪਾਂ ਟੈਨੈਂਸੀ ਐਕਟ ਫਿਰ ਪੜਾਂਗੇ, ਬਹੁਤ ਡਿਟੇਲ ਦੇ ਵਿੱਚ ਆਏਗਾ। ਪ੍ਰੋਡਿਊਸ ਨੂੰ ਲੈ ਕੇ ਦੋ ਪਾਰਟੀਆਂ ਦੇ ਵਿਚਕਾਰ, ਸ਼ੇਅਰ ਹੋਲਡਰਾਂ ਦੇ ਵਿਚਕਾਰ ਪ੍ਰੋਡਿਊਸ ਨੂੰ ਲੈ ਕੇ ਡਿਸਪਿਊਟ ਖੜਾ ਹੋ ਜਾਂਦਾ ਹੈ ਤਾਂ ਕੀ ਹੈ, ਉਹ ਜਦੋਂ ਡਿਸਪਿਊਟ ਹੈ ਨਹੀਂ ਨਿਬੜਦਾ ਪਾਰਟੀਆਂ ਦਾ ਆਪਸ ਦੇ ਵਿੱਚ, ਤਾਂ ਕੋਈ ਵੀ ਪਾਰਟੀ ਰੈਵਨਿਊ ਕੋਰਟ ਦੇ ਵਿੱਚ ਜਾ ਕੇ ਰੈਵਨਿਊ ਐਪਲੀਕੇਸ਼ਨ ਦੇ ਸਕਦੀ ਹੈ ਵੀ ਆਹ ਸਾਡਾ ਜਿਹੜਾ ਪ੍ਰੋਡਿਊਸ ਹੈਗੀ ਹੈ ਇਸ ਨੂੰ ਲੈ ਕੇ ਸਾਡਾ ਡਿਸਪਿਊਟ ਹੈਗਾ, ਜਾਂ ਉਸਨੇ ਬੀਜੀ ਸੀ ਉਹਨੇ ਲੁਕੋ ਲਈ, ਅੱਧੀ ਲੁਕੋ ਲਈ ਜੀ ਫਸਲ, ਠੀਕ ਹੈ। ਕੋਈ ਟੈਨੈਂਟ, ਕੋਈ ਮਾਲਕ ਵੀ ਜਾ ਕੇ ਕਹਿ ਸਕਦਾ ਵੀ ਟੈਨੈਂਟ ਸੀਗਾ ਜਿਹੜਾ ਉਸਨੇ ਅੱਧੀ ਫਸਲ ਲੁਕੋ ਲਈ, 7 ਕਿੱਲਿਆਂ ਦਾ ਜਿਹੜਾ ਹੈਗਾ ਸੀਗਾ ਲਾਂਗਾ ਇੰਨਾ ਬਣਦਾ ਸੀ, ਇੰਨੀ ਪ੍ਰੋਡਿਊਸ ਹੋਣੀ ਚਾਹੀਦੀ ਸੀ, ਐਡਾ ਢੇਰ ਹੋਣਾ ਚਾਹੀਦਾ ਸੀ, ਇੰਨੇ ਕੁਇੰਟਲ ਫਸਲ ਪੈਦਾ ਹੋਣੀ ਚਾਹੀਦੀ ਸੀਗੀ, ਤਾਂ ਇਹ ਤਾਂ ਫਸਲ ਹੀ ਅੱਧੀ ਰਹਿ ਗਈ। ਤਾਂ ਲੈਂਡ ਓਨਰ ਵੀ ਜਾ ਕੇ ਮਤਲਬ ਕਿ ਰੈਵਨਿਊ ਆਫਿਸਰ ਦੀ ਕੋਰਟ ਦੇ ਵਿੱਚ ਅਸਿਸਟੈਂਸ ਲੈ ਸਕਦਾ ਹੈ, ਐਪਲੀਕੇਸ਼ਨ ਦੇ ਸਕਦਾ ਹੈ ਵੀ ਸਾਡੀ ਜਿਹੜੀ ਫਸਲ ਹੈ ਤੁਸੀਂ ਇਹ ਵੰਡਵਾਉਣ ਦੇ ਵਿੱਚ ਸਾਡੀ ਹੈਲਪ ਕਰੋ। Desiring the assistance of the revenue officer for the purpose of dividing the appraising the produce। ਫਿਰ ਕੀ ਹੋਏਗਾ, ਇੱਥੇ ਕੀ ਹੋਏਗਾ, ਇੱਥੇ ਆਪਾਂ ਪੜਾਂਗੇ ਟੈਨੈਂਸੀ ਐਕਟ ਦੇ ਵਿੱਚ ਤਾਂ ਰੈਵਨਿਊ ਆਫਿਸਰ ਜਿਹੜਾ ਹੈਗਾ ਇਹ ਜਿਹੜੀ ਪ੍ਰੋਡਿਊਸ ਹੈ ਇੱਦਾਂ ਦੀ ਕੋਈ ਅਰਜੀ ਆਈ ਉਹਦੇ ਕੋਲੇ ਰੈਵਨਿਊ ਆਫਿਸਰ ਕੋਲੇ, ਤਾਂ ਅੱਗੇ ਕੀ ਹੋਏਗਾ, ਉਹਦੇ ਵਿੱਚ ਕੀ ਹੈ, ਨਿਯੁਕਤੀ ਕੀਤੀ ਜਾਏਗੀ 2 ਬੰਦਿਆਂ ਦੀ, ਪਟਵਾਰੀ ਹਲਕਾ ਦੀ ਜਾਂ ਕਾਨੂੰਗੋ ਹਲਕਾ, ਜਾਂ ਫਿਰ ਨੰਬਰਦਾਰ ਜਾਂ ਕੋਈ ਐਕਸਪਰਟ ਦੀ ਨਿਯੁਕਤੀ ਕੀਤੀ ਜਾਵੇਗੀ ਵੀ ਤੂੰ ਮੌਕੇ ਤੇ ਜਾ ਕੇ ਦੇਖੋ ਇਹ ਜਿਹੜੀ ਕਿੰਨੇ ਕਿੱਲੇ ਜ਼ਮੀਨ ਸੀਗੀ, ਕਿੰਨੀ ਉਹ 'ਚ ਪੈਦਾਵਾਰ ਹੋਣੀ ਚਾਹੀਦੀ ਸੀ, ਨਾਲਾਂ ਦੇ ਗੁਆਂਢੀਆਂ ਦੀ ਕਿੰਨੀ ਪੈਦਾਵਾਰ ਹੋਣੀ ਚਾਹੀਦੀ ਸੀ ਤੇ ਇਸ ਖੇਤ 'ਚੋਂ ਕਿੰਨੀ ਪੈਦਾਵਾਰ ਹੋਈ ਹੈ, ਠੀਕ ਹੈ। ਉਹਦੀ ਜਾ ਕੇ ਇਹਨਾਂ ਦੀ ਡਿਵੀਜ਼ਨ ਕਰਵਾ ਦਿਓ। ਉਹ ਕੰਸਰਨ ਜਿਹੜਾ ਪਰਸਨ ਹੋਏਗਾ ਉਹ ਨੋਟਿਸ ਭੇਜੇਗਾ ਕੰਸਰਨ ਪਾਰਟੀਆਂ ਨੂੰ ਸਾਰੀਆਂ ਨੂੰ ਵੀ ਮੈਂ ਇੰਨੀ ਤਰੀਕ ਨੂੰ ਇੰਨੇ ਵਜੇ ਫਲਾਣੀ ਜਗ੍ਹਾ ਤੇ ਜਿੱਥੇ ਤੁਹਾਡੀ ਇਹ ਫਸਲ ਪਈ ਹੈ ਮੈਂ ਉੱਥੇ ਪਹੁੰਚਾਂਗਾ, ਹਾਂਜੀ ਮੈਂ ਉੱਥੇ ਪਹੁੰਚਾਂਗਾ ਵੀ ਕੰਸਰਨ ਪਾਰਟੀਆਂ ਉੱਥੇ ਹਾਜ਼ਰ ਰਹਿਣਗੀਆਂ, ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਇਹ ਡਿਵੀਜ਼ਨ ਹੈ ਕੀਤੀ ਜਾਵੇਗੀ। ਇਹਦੇ ਤੇ ਇਹ ਟੈਨੈਂਸੀ ਐਕਟ ਦੇ ਤਹਿਤ ਜਿਹੜੀ ਉਹਦੀ ਡਿਵੀਜ਼ਨ ਕਰਵਾਈ ਜਾਏਗੀ ਰੈਵਨਿਊ ਆਫਿਸਰ ਵੱਲੋਂ, ਠੀਕ ਹੈ ਜੀ। ਨੈਕਸਟ ਹੈਗਾ ਜੀ ਮਿਸਲੇਨੀਅਸ
ਦੇ ਕੁਝ ਸੈਕਸ਼ਨ ਦਿੱਤੇ ਗਏ ਨੇ। ਸੈਕਸ਼ਨ 145 ਵਿਲੇਜ ਸੈਸ। ਵਿਲੇਜ ਸੈਸ ਕੀ ਹੈ ਜੀ? ਐਟ ਐਨੀ ਫੋਲੋਇੰਗ ਟਾਈਮਸ ਨੇਮਲੀ when a record of right is being made specially revised, ਕੋਈ ਰਿਕਾਰਡ ਆਫ ਰਾਈਟਸ ਜਮ੍ਹਾਂਬੰਦੀ ਤਿਆਰ ਹੋਣੀ ਹੈ ਜਾਂ ਸਪੈਸ਼ਲੀ ਤੌਰ ਤੇ ਰਿਵੀਜ਼ਨ ਕੀਤੀ ਜਾਣੀ ਹੈ ਜਮ੍ਹਾਂਬੰਦੀ ਦੀ, ਠੀਕ ਹੈ, ਕਿਸੇ ਪਿੰਡ ਦੀ, ਜਾਂ ਕੀ ਹੈ when the local area generally reassessed, ਕੋਈ ਏਰੀਆ ਅਸੈਸਮੈਂਟ ਪਹਿਲਾਂ ਹੋਈ ਵੀ ਹੈ ਪਰ ਉੱਥੇ ਕਿਸੇ ਕਾਰਨ ਬਹੁਤ ਜ਼ਿਆਦਾ ਤਰੱਕੀ ਹੋ ਗਈ ਜਾਂ ਬਹੁਤ ਜ਼ਿਆਦਾ ਖੇਤ ਖਰਾਬ ਹੋ ਗਏ, ਫਲੱਡ ਆ ਗਿਆ, ਖੇਤ ਖਰਾਬ ਹੋ ਗਏ, ਲੋਕ ਮਾਮਲਾ ਅਦਾ ਕਰਨ ਦੇ ਯੋਗ ਨਹੀਂ ਰਹੇ, ਜਾਂ ਉਹ ਏਰੀਏ 'ਚ ਇੰਨੀ ਤਰੱਕੀ ਹੋ ਗਈ ਜਿਹੜਾ ਮਾਮਲਾ ਪਹਿਲਾਂ ਲੱਗਿਆ ਹੋਇਆ ਉਹਦੀ ਕੋਈ ਵੈਲਿਊ ਨਹੀਂ ਰਹਿ ਗਈ। ਸਰਕਾਰ ਚਾਹੁੰਦੀ ਹੈ ਵੀ ਇਹ ਜਿਹੜਾ ਮਾਮਲਾ ਹੈਗਾ ਦੁਬਾਰਾ ਰਿਵਾਈਜ਼ ਕੀਤਾ ਜਾਵੇ। ਇਹ ਅਜਿਹੀ ਸਥਿਤੀ ਦੇ ਵਿੱਚ ਤਾਂ ਜਨਰਲੀ ਰੀਅਸੈਸਡ ਐਂਡ ਬਿਫੋਰ ਦਾ ਅਸੈਸਮੈਂਟ ਹੈਜ਼ ਬੀਨ ਕਨਫਰਮਡ, ਅਸੈਸਮੈਂਟ ਕਨਫਰਮ ਹੋਣ ਤੋਂ ਪਹਿਲਾਂ ਅਸੈਸਮੈਂਟ ਕਰ ਦਿੱਤੀ ਰੈਵਨਿਊ ਆਫਿਸਰਸ ਵੱਲੋਂ, ਪਰ ਅਸੈਸਮੈਂਟ ਕਨਫਰਮ ਹੋਣ ਤੋਂ ਪਹਿਲਾਂ ਐਟ ਐਨੀ ਅਦਰ ਟਾਈਮ ਜਾਂ ਕਿਸੇ ਹੋਰ ਵੀ ਸਮੇਂ ਐਨੀ ਸਟੇਟ ਬਾਈ ਦਾ ਸਟੇਟ ਗਵਰਨਮੈਂਟ ਅ ਰੈਵਨਿਊ ਆਫਿਸਰ ਸ਼ੈਲ ਪ੍ਰਪੇਅਰ ਅ ਲਿਸਟ ਆਫ ਦਾ ਵਿਲੇਜ ਸੈਸਸ। ਰੈਵਨਿਊ ਆਫਿਸਰ ਵੱਲੋਂ ਆਪਣੇ ਅਧਿਕਾਰੀਆਂ ਦੇ ਹੈਲਪ ਦੇ ਨਾਲ, ਕਾਨੂੰਗੋ ਹਲਕਾ, ਪਟਵਾਰੀ ਹਲਕਾ ਦੀ ਹੈਲਪ ਦੇ ਨਾਲ ਇੱਕ ਅਸੈਸਮੈਂਟ ਰਜਿਸਟਰ ਤਿਆਰ ਕੀਤਾ ਜਾਵੇਗਾ ਵੀ ਕਿੰਨਾ ਕਿੰਨਾ ਜਿਹੜੀ ਅਮਾਊਂਟ ਹੈਗੀ ਹੈ ਇੱਥੇ ਖਰਚ ਹੋਣ ਦੀ ਸੰਭਾਵਨਾ ਹੈਗੀ ਹੈ, ਸਾਨੂੰ ਉਸ ਅਮਾਊਂਟ ਦੀ ਪੂਰਤੀ ਦੇ ਲਈ ਕਿਸ ਕਿਸ ਲੈਂਡ ਓਨਰ ਤੋਂ ਕਿੰਨੇ ਕਿੰਨੇ ਪੈਸੇ ਵਸੂਲ ਕੀਤੇ ਜਾਣੇ, ਇੱਕ ਲਿਸਟ ਬਣਾਈ ਜਾਏਗੀ ਰੈਵਨਿਊ ਆਫਿਸਰ ਵੱਲੋਂ, ਜਿਵੇਂ ਪਟਵਾਰੀ ਹਲਕਾ ਵੱਲੋਂ ਇੱਕ ਲਿਸਟ ਬਣਾਈ ਜਾਵੇਗੀ। ਰੈਵਨਿਊ ਆਫਿਸਰ ਸ਼ੈਲ ਪ੍ਰਪੇਅਰ ਅ ਲਿਸਟ ਆਫ ਦਾ ਵਿਲੇਜ ਸੈਸ। ਵਿਲੇਜ ਸੈਸ ਵੀ ਕਿੰਨੀ ਕਿੰਨੀ ਕਿਸ ਕਿਸ ਵਿਅਕਤੀ ਤੋਂ ਜਿਹੜਾ ਹੈਗਾ ਪੈਸੇ ਦੀ ਵਸੂਲੀ ਕੀਤੀ ਜਾਣੀ ਹੈ। ਇਫ ਐਨੀ ਲੈਵੀਡ ਇਨ ਦਾ ਸਟੇਟ ਵਿਚ ਹੈਵ ਬੀਨ ਜਨਰਲੀ ਔਰ ਸਪੈਸ਼ਲੀ approved by the state government or title to which has been before the passing of this act been judicially established। ਇਹ ਜਿਹੜੀ ਲਿਸਟ ਬਣੇਗੀ ਇਹ ਸਰਕਾਰ ਵੱਲੋਂ ਹੈਗੀ ਆ ਅਪਰੂਵ ਕੀਤੀ ਜਾਵੇਗੀ। ਤੇ ਫਿਰ ਕੀ ਹੈ, ਸਬਸੈਕਸ਼ਨ 2 ਜਿਹੜਾ ਹੈਗਾ ਇਹਦੇ ਵਿੱਚ ਹੈਗਾ ਉਹ ਡਿਲੀਟ ਹੋ ਚੁੱਕਿਆ ਹੈ। ਸਬਸੈਕਸ਼ਨ 3 ਦੇ ਵਿੱਚ ਕੀ ਹੈ, the state government may impose on the collection of any village cess comprised in the list such conditions as to the police or other establishments connected with the village market। ਇਹਦੇ ਵਿੱਚ ਕੁਝ ਹੋਰ ਖਰਚੇ ਵੀ ਜਿਹੜੇ ਹੈਗੇ ਆ ਉਹ ਵੀ ਐਡ ਕੀਤੇ ਜਾ ਸਕਦੇ ਆ ਤੇ ਕੁਝ ਹੋਰ ਖਰਚੇ ਇਹਦੇ ਨਾਲ ਐਡ ਵੀ ਕੀਤੇ ਜਾ ਸਕਦੇ ਆ ਇਸ ਤੋਂ ਇਲਾਵਾ ਵੀ ਕਿਹੜੇ ਹੈਡ ਦੇ ਵਿੱਚ ਕਿਹੜੀ ਵਸੂਲੀ ਜਮ੍ਹਾਂ ਕੀਤੀ ਜਾਣੀ ਹੈ। ਦੈਨ ਸਬਸੈਕਸ਼ਨ 4 ਹੈ ਜੀ, ਇਹਦੀ ਸਟੇਟ ਗਵਰਨਮੈਂਟ may declare whether any cess contribution or due levied in an estate or is not a village cess। ਸਰਕਾਰ ਇਹਨੂੰ ਕਹਿ ਸਕਦੀ ਵੀ ਇਹ ਵਿਲੇਜ ਸੈਸ ਨਹੀਂ ਹੈਗੀ, ਕਿਸੇ ਹੋਰ ਹੈਡ ਦੇ ਅਧੀਨ ਵੀ ਦੀ ਜਿਹੜੀ ਕਲੈਕਸ਼ਨ ਹੈ ਕੀਤੀ ਜਾ ਸਕਦੀ ਹੈ। The declaration of the state government under this last foregoing sections shall be conclusive and shall not be liable to be questioned in any court। ਸਰਕਾਰ ਦਾ ਜਿਹੜਾ ਇਹ ਫੈਸਲਾ ਹੋਏਗਾ ਸੈਸ ਲਗਾਉਣ ਦਾ ਜਾਂ ਇਸ ਨੂੰ ਸੈਸ ਨੂੰ ਕਿਸੇ ਹੋਰ ਹੈਡ ਦੇ ਵਿੱਚ ਕਨਵਰਟ ਕਰਨ ਦਾ, ਇਹ ਕਨਕਲੂਸਿਵ ਹੋਏਗਾ, ਇਹਦੀ ਕਿਸੇ ਵੀ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਜਾ ਸਕੇਗਾ। ਨੈਕਸਟ ਆ ਗਿਆ ਜੀ ਸੈਕਸ਼ਨ 146 superior landowners dues, where a superior landowner is entitled to receive in respect of any land from an inferior landowner dues in kind or in cash, fluctuating quantity or amount the collector may on the application of both the landowners। ਜਦੋਂ ਦੋ ਮਾਲਕਾਂ ਵੱਲੋਂ ਮਾਮਲਾ ਅਦਾ ਕੀਤਾ ਜਾਣਾ ਹੋਵੇ ਕੈਸ਼ ਦੇ ਵਿੱਚ ਮਾਮਲਾ ਅਦਾ ਕੀਤਾ ਜਾਣਾ ਹੋਵੇ ਤਾਂ ਦੋ ਪਾਰਟੀਆਂ ਅਰਜੀ ਦਿੰਦੀਆਂ ਹੁਣ ਤੁਸੀਂ ਰੈਵਨਿਊ ਕੋਰਟ ਦੇ ਵਿੱਚ ਜਾ ਕੇ on the application of both the landowners or with the previous sanction of the government on the application of either of them। ਜਦ ਦੋਨੋਂ ਇੱਕ ਪਾਰਟੀ ਕੋਈ ਐਪਲੀਕੇਸ਼ਨ ਦੇਵੇ ਤਾਂ commute those dues into a fixed percentage of the land revenue। ਮਾਮਲਾ ਅਦਾ ਕੀਤਾ ਜਾਣਾ ਸੀਗਾ ਦੋ ਪਾਰਟੀਆਂ ਵੱਲੋਂ, ਲੈਂਡ ਓਨਰਸ ਸੁਪੀਰੀਅਰ ਤੇ ਇਨਫੀਰੀਅਰ ਵੱਲੋਂ ਕੀਤਾ ਜਾਣਾ ਸੀ ਕੈਸ਼ ਦੇ ਵਿੱਚ ਜਾਂ ਕੁਆਂਟੀਟੀ ਦੇ ਅਕੋਰਡਿੰਗ ਵੀ ਕਿੰਨੀ ਪੈਦਾਵਾਰ ਹੋਈ। ਇਹਦੀ ਡਿਸਪਿਊਟ ਨੂੰ ਲੈ ਕੇ ਵੀ ਰੋਜ਼ ਝਗੜਾ ਪੈਂਦਾ ਸੀ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਵੀ ਕਿੰਨਾ ਕੌਣ ਦੇਵੇਗਾ ਕਿੰਨਾ ਕੌਣ ਦੇਵੇਗਾ। ਤਾਂ ਦੋਹਾਂ ਦੀ ਅਰਜੀ ਆਉਣ ਉਪਰੰਤ ਜਿਹੜਾ ਰੈਵਨਿਊ ਆਫਿਸਰ ਹੈਗਾ ਉਹਨੂੰ ਕਮਿਊਟ ਕਰ ਸਕਦਾ ਹੈ
मतलब कम्यूट का मतलब यह है भी तुसी 70% तिन्ने देना है या 30% तिन्ने देना है। कम्यूट दोज ड्यूज इनटू ए फिक्स परसेंटेज, फिक्स किया जा सकता है, पहला टैंपरेरी सीगा, फ्लक्चुएट ऑन द क्वांटिटी, पैदावार ਤੇ ਡਿਪੈਂਡ ਕਰਦਾ ਸੀਗਾ ਕਿੰਨੀ ਪੈਦਾਵਾਰ ਹੋਏਗੀ, ਕਿੰਨਾ ਕੌਣ ਦੇਵੇਗਾ, ਕਿੰਨਾ ਕੌਣ ਦੇਵੇਗਾ। ਹੁਣ ਰੈਵਨਿਊ ਆਫਿਸਰ ਦੋ ਪਾਰਟੀਆਂ ਵੱਲੋਂ ਕੋਈ ਅਰਜ਼ੀ ਆ ਜਾਂਦੀ ਹੈ ਜਾਂ ਇੱਕ ਪਾਰਟੀ ਵੱਲੋਂ ਅਰਜ਼ੀ ਆ ਜਾਂਦੀ ਹੈ, ਕਮਿਊਟ ਦੋਜ਼ ਡਿਊਜ਼ ਇਨਟੂ ਅ ਫਿਕਸਡ ਪਰਸੈਂਟੇਜ ਆਫ ਦ ਲੈਂਡ ਰੈਵਨਿਊ ਪੇਬਲ ਬਾਈ ਦ ਇਨਫੀਰੀਅਰ ਲੈਂਡ ਓਨਰ ਇਨ ਰਿਸਪੈਕਟ ਆਫ ਦ ਲੈਂਡ। ਤਾਂ ਜਿਹੜੀ ਇਨਫੀਰੀਅਰ ਲੈਂਡ ਓਨਰ ਦੇ ਲਈ ਪਰਸੈਂਟੇਜ ਫਿਕਸ ਕਰ ਸਕਦਾ ਹੈ ਵੀ ਤੁਸੀਂ ਤਾਂ 30% ਦੇਣਾ ਹੈ, ਬਾਕੀ 70% ਦੀ ਰਿਸਪੌਂਸਿਬਿਲਿਟੀ ਜਿਹੜਾ ਹੈਗਾ ਸੁਪੀਰੀਅਰ ਲੈਂਡ ਓਨਰ ਦੀ ਬਣਦੀ ਹੈ। ਨੈਕਸਟ ਹੈ ਸੈਕਸ਼ਨ 147 ਸਬਸਟੀਟਿਊਸ਼ਨ ਆਫ ਦ ਸਰਵਿਸਿਜ਼ ਫਾਰ ਦ ਪੇਮੈਂਟ ਆਫ ਦ ਲੈਂਡ ਰੈਵਨਿਊ। ਜੇਕਰ ਸਰਕਾਰ ਨੇ ਕਿਸੇ ਵਿਅਕਤੀ ਵੱਲੋਂ ਕੋਈ ਲੈਂਡ ਰੈਵਨਿਊ ਲੈਣਾ ਹੋਵੇ ਤਾਂ ਸਰਕਾਰ ਉਸ ਲੈਂਡ ਰੈਵਨਿਊ ਦੇ ਇਵਜ਼ ਦੇ ਵਿੱਚ ਜੇ ਆਲਾ ਪੇ ਨਹੀਂ ਕਰ ਸਕਦਾ ਮੰਨ ਲਓ, ਤਾਂ ਉਸ ਵਿੱਚ ਕੋਈ ਉਹਦੀਆਂ ਸਰਵਿਸ ਵੀ ਪਬਲਿਕ ਹਿੱਤ ਦੇ ਲਈ ਕੋਈ ਸਰਵਿਸ ਸਰਵਿਸ ਵੀ ਉਹਦੀਆਂ ਲਈਆਂ ਜਾ ਸਕਦੀਆਂ ਨੇ ਸਰਕਾਰ ਵੱਲੋਂ। ਸਟੇਟ ਗਵਰਨਮੈਂਟ ਮੇ ਅਥੋਰਾਈਜ਼ ਦਾ ਰਿਮਿਸ਼ਨ ਆਫ ਲੈਂਡ ਰੈਵਨਿਊ ਇਨ ਹੋਲ। ਉਹਦਾ ਜਿਹੜਾ ਮਾਮਲਾ ਹੈਗਾ ਸਾਰਾ ਜਾਂ ਕੋਈ ਪਾਰਟ ਮਾਫ ਕੀਤਾ ਜਾ ਸਕਦਾ ਗਵਰਨਮੈਂਟ ਵੱਲੋਂ, ਕਾਹਦੇ ਬਦਲੇ ਦੇ ਵਿੱਚ ਆਫ ਦ ਪਰਸਨ ਲਾਇਬਲ ਫਾਰ ਅੰਡਰਟੇਕਿੰਗ ਟੂ ਰੈਂਡਰ ਇਨ ਲਿਊ ਦੇਅਰ ਆਫ ਸਚ ਪਬਲਿਕ ਸਰਵਿਸ। ਉਹ ਐਗਰੀਮੈਂਟ ਗਵਰਨਮੈਂਟ ਨਾਲ ਕਰੇਗਾ ਵੀ ਮੈਂ ਆਹ ਸੇਵਾ ਨਿਭਾਵਾਂਗਾ ਤੇ ਜਿਹੜਾ ਮਾਮਲਾ ਮੇਰਾ ਹੈਗਾ ਇਹ ਰਿਮਿਟ ਕਰ ਦਿਓ ਜਾਂ ਇਹਦਾ ਕੁਝ ਪਾਰਟ ਰਿਮਿਟ ਕਰ ਦਿਓ। ਐਗਰੀਮੈਂਟ ਗਵਰਨਮੈਂਟ ਨਾਲ ਕਰੇਗਾ, ਗਵਰਨਮੈਂਟ ਉਸ ਐਗਰੀਮੈਂਟ ਦੇ ਤਹਿਤ ਜਿਹੜਾ ਉਹਦਾ ਮਾਮਲਾ ਹੈਗਾ ਰਿਮਿਟ ਕਰ ਸਕਦੀ ਹੈ ਤੇ ਉਹਦੇ ਤੋਂ ਪਬਲਿਕ ਸਰਵਿਸ ਲਈਆਂ ਜਾ ਸਕਦੀਆਂ ਨੇ ਐਜ਼ ਮੇ ਬੀ ਸਪੈਸੀਫਾਈਡ ਇਨ ਦਾ ਐਗਰੀਮੈਂਟ, ਜਿਵੇਂ ਕਿ ਐਗਰੀਮੈਂਟ ਦੇ ਵਿੱਚ ਦਰਸਾਇਆ ਜਾਵੇਗਾ। ਟੂ ਬੀ ਅਪਰੂਵਡ ਬਾਈ ਦਾ ਸਟੇਟ ਗਵਰਨਮੈਂਟ ਐਂਡ ਐਗਜ਼ੀਕਿਊਟਡ ਬਾਈ ਦੈਟ ਪਰਸਨ। ਉਹ ਵਿਅਕਤੀ ਜਿਹੜਾ ਐਗਰੀਮੈਂਟ ਹੈ ਉਹ ਵਿਅਕਤੀ ਵੱਲੋਂ ਤੇ ਸਰਕਾਰ ਵੱਲੋਂ ਕੋਈ ਆਫਿਸਰ ਉਹ ਜਿਹੜਾ ਐਗਰੀਮੈਂਟ ਹੈ ਉਹਨੂੰ ਐਗਜ਼ੀਕਿਊਟ ਕਰਨਗੇ। ਫਿਰ ਉਸ ਐਗਰੀਮੈਂਟ ਦੇ ਤਹਿਤ ਉਸ ਐਗਰੀਮੈਂਟ ਦੇ ਮੁਤਾਬਕ ਜਿਹੜਾ ਹੈਗਾ ਉਹ ਵਿਅਕਤੀ ਵੱਲੋਂ ਪਬਲਿਕ ਜਿਹੜੀਆਂ ਸਰਵਿਸ ਨੇ ਸਰਕਾਰ ਦੇ ਪੱਧਰ ਤੇ ਦਿੱਤੀਆਂ ਜਾਣਗੀਆਂ। ਸਬਸੈਕਸ਼ਨ 2 ਚ ਕੀ ਹੈ ਜੀ, ਸਟੇਟ ਗਵਰਨਮੈਂਟ ਕੈਂਸਲ ਐਨੀ ਰਿਮਿਸ਼ਨ। ਸਟੇਟ ਗਵਰਨਮੈਂਟ ਨੇ ਸੈਕਸ਼ਨ 147 ਦੇ 1 ਦੇ ਵਿੱਚ ਕੋਈ ਰਿਮਿਸ਼ਨ ਦਿੱਤੀ ਸੀ ਇਸ ਵਿਅਕਤੀ ਨੂੰ, ਉਹਦੀਆਂ ਸੇਵਾਵਾਂ ਦੇ ਬਦਲ ਦੇ ਵਿੱਚ ਸਰਕਾਰ ਉਸ ਆਰਡਰ ਨੂੰ ਕੈਂਸਲ ਵੀ ਕਰ ਸਕਦੀ ਹੈ। ਕੈਂਸਲ ਐਨੀ ਰਿਮਿਸ਼ਨ ਅਥੋਰਾਈਜ਼ਡ ਐਂਡ ਐਗਰੀਮੈਂਟ ਮੇਡ ਅੰਡਰ ਸਬਸੈਕਸ਼ਨ 1। ਜਿਹੜਾ ਐਗਰੀਮੈਂਟ ਸਰਕਾਰ ਨੇ ਕੀਤਾ ਸੀਗਾ ਉਸ ਐਗਰੀਮੈਂਟ ਦੇ ਤਹਿਤ ਸਰਕਾਰ ਕੋਲੇ ਪਾਵਰ ਹੈਗੀ ਹੈ ਵੀ ਸਰਕਾਰ ਉਸ ਨੂੰ ਕੈਂਸਲ ਕਰ ਸਕਦੀ ਹੈ। ਜਿਹੜੀ ਉਹਦੀ ਰਿਮਿਸ਼ਨ ਹੈ ਉਹਨੂੰ ਵੀ ਕੈਂਸਲ ਕੀਤਾ ਜਾ ਸਕਦਾ ਹੈ। ਫਿਰ ਕੀ ਹੈ ਸਬਸੈਕਸ਼ਨ 3, ਇਫ ਏ ਲੈਂਡ ਓਨਰ ਬਾਉਂਡ ਬਾਈ ਐਨ ਐਗਰੀਮੈਂਟ। ਜਿਹੜਾ ਕੋਈ ਲੈਂਡ ਓਨਰ ਹੈ ਉਸ ਐਗਰੀਮੈਂਟ ਦੇ ਤਹਿਤ ਬਾਉਂਡ ਹੈ, ਬਾਉਂਡ ਕਾਹਦੇ ਲਈ ਹੈ, ਆਪਦੀ ਸਰਵਿਸ ਦੇਣ ਦੀ ਖਾਤਰ। ਅੰਡਰ ਦਾ ਸਬਸੈਕਸ਼ਨ ਟੂ ਰੈਂਡਰ ਪਬਲਿਕ ਸਰਵਿਸ ਇਨ ਲਿeu ਆਫ ਪੇਇੰਗ ਦਾ ਲੈਂਡ ਰੈਵਨਿਊ ਫੇਲਸ। ਉਹਨੇ ਐਗਰੀਮੈਂਟ ਤਾਂ ਕਰ ਲਿਆ ਵੀ ਮੈਂ ਆਹ ਸੇਵਾ ਨਿਭਾਵਾਂਗਾ, ਪਰ ਉਹ ਸੇਵਾ ਨਿਭਾਉਣ ਤੋਂ ਅਸਮਰਥ ਹੋ ਗਿਆ, ਫੇਲ ਹੋ ਗਿਆ। ਟੂ ਰੈਂਡਰ ਦਾ ਸਰਵਿਸ ਟੂ ਦਾ ਸੈਟੀਸਫੈਕਸ਼ਨ ਆਫ ਦਾ ਕਲੈਕਟਰ ਜਾਂ ਰੈਵਨਿਊ ਆਫਿਸਰ ਜਾਂ ਕਲੈਕਟਰ ਉਹਦੀ ਮਰਜ਼ੀ ਦੇ ਮੁਤਾਬਕ ਜਿਹੜੀ ਹੈਗੀ ਹੈ ਜਿਵੇਂ ਉਹ ਚਾਹੁੰਦਾ ਸੀਗਾ ਉਹ ਸੇਵਾ ਉਹ ਨਹੀਂ ਨਿਭਾ ਰਿਹਾ, ਫੇਲ ਹੋ ਗਿਆ, ਤਾਂ ਕਲੈਕਟਰ ਮੇ determine the portion of the land revenue remitted which is represented by the service in respect of which the land is in default। ਤਾਂ ਜਿਹੜਾ ਉਹਦਾ ਪੋਰਸ਼ਨ ਹੈ ਉਸ ਲੈਂਡ ਰੈਵਨਿਊ ਦਾ ਜਿਹੜਾ ਮਾਫ ਕੀਤਾ ਸੀਗਾ ਉਹ ਘਟਾਇਆ ਵਧਾਇਆ ਜਾ ਸਕਦਾ ਹੈ ਜੇ ਉਹ ਡਿਫਾਲਟ ਹੀ ਹੋ ਜਾਵੇ। ਤੇ ਜੇਕਰ ਫਿਰ ਕੀ ਹੈ ਉਹ ਜਿਹੜੀ ਉਹਦੀ ਰਿਕਵਰੀ ਹੈ ਮਾਮਲੇ ਦੀ, ਉਹ ਰਿਕਵਰੀ ਉਹਨੇ ਸਰਵਿਸ ਅਦਾ ਕਰਕੇ ਪੂਰੀ ਕਰਨੀ ਸੀਗੀ ਤੇ ਉਹਦੀ ਜਿਹੜੀ ਰਿਕਵਰੀ ਹੈ ਉਹ ਲੈਂਡ ਰੈਵਨਿਊ ਐਕਟ ਦੇ ਤਹਿਤ ਡਿਫਾਲਟਰ ਦੇ ਤੌਰ ਤੇ ਜਿਵੇਂ ਸੈਕਸ਼ਨ 60 ਤੋਂ ਲੈ ਕੇ 90 ਤੱਕ ਹੈਗੀਆਂ ਨੇ ਉਹਨਾਂ ਸੈਕਸ਼ਨ ਦੇ ਤਹਿਤ ਉਹ ਰਿਕਵਰੀ ਕੀਤੀ ਜਾ ਸਕਦੀ ਹੈ ਐਜ਼ ਏਰੀਅਰ ਆਫ ਲੈਂਡ ਰੈਵਨਿਊ। ਨੈਕਸਟ is section 148 recovery of cost of assessing assigned land revenue। assessing land revenue ਦੇਖੋ ਬਾਰ-ਬਾਰ ਇਹੀ ਵਰਡ ਆ ਜਾਂਦਾ ਹੈ assessing assigned land revenue। ਠੀਕ ਹੈ, ਜਿਹੜਾ ਲੈਂਡ ਰੈਵਨਿਊ ਕਿਸੇ ਫਰਦਰ ਵਿਅਕਤੀ ਨੂੰ ਅਸਾਈਨ ਕੀਤਾ ਜਾਂਦਾ ਹੈ, ਜਿਵੇਂ ਕਿ ਜ਼ਗੀਰਦਾਰ ਨੂੰ ਕੰਮ ਕਰਨ ਦੇ ਬਦਲੇ 'ਚ ਸਰਕਾਰ ਦੇ ਕੰਮ ਕਰਨ ਦੇ ਬਦਲੇ 'ਚ ਜ਼ਗੀਰਦਾਰ ਨੂੰ ਕੁਝ ਪਿੰਡਾਂ ਦਾ ਮਾਮਲਾ ਅਦਾ ਕੀਤਾ ਜਾਂਦਾ ਹੈ ਸਰਕਾਰ ਵੱਲੋਂ, ਉਹਨੂੰ ਆਪਾਂ ਅਸਾਈਨ ਲੈਂਡ ਰੈਵਨਿਊ ਕਹਿ ਦਿੰਦੇ ਹਾਂ ਵੀ ਇੰਨਾ ਮਾਮਲਾ ਹੈਗਾ, ਆਹ 2 ਪਿੰਡ ਜਾਂ 3 ਪਿੰਡ ਤੈਨੂੰ ਦਿੱਤੇ ਜਾਂਦੇ ਆ, ਜਿੰਨਾ ਮਾਮਲਾ ਇਸ ਪਿੰਡ ਦਾ ਹੋਏਗਾ ਤੇ ਉਹ ਤੁਸੀਂ ਉਹਦੀ ਇੰਟਾਈਟਲਮੈਂਟ ਹੋਏਗੀ ਉਹਨੂੰ ਅਸਾਈਨ ਕੀਤਾ ਜਾਂਦਾ ਹੈ ਜ਼ਗੀਰਦਾਰ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ, ਕਿਸੇ ਫੌਜੀ ਨੂੰ, ਕਿਸੇ ਆਫੀਸਰ ਨੂੰ, ਕਿਸੇ ਨੇ ਕੋਈ ਫੌਜ ਦੇ ਵਿੱਚ ਕੋਈ ਸਰਕਾਰ ਕੋਈ ਕੰਮ ਕੀਤਾ ਹੋਵੇ ਉਹਦੇ ਇਨਾਮ ਵਜੋਂ ਕੁਝ ਮਾਮਲਾ ਜਿਹੜਾ ਹੈਗਾ ਕੁਝ ਪਿੰਡਾਂ ਦਾ ਕਿਸੇ ਵੀ ਵਿਅਕਤੀ ਨੂੰ ਅਸਾਈਨ ਕੀਤਾ ਜਾਂਦਾ ਹੈ
ਐਕਸ ਸਰਵਿਸਮੈਨ ਨੂੰ ਕੋਈ ਹੋਵੇ, ਠੀਕ ਹੈ, ਉਹ ਜਦੋਂ ਮਾਮਲਾ ਅਸਾਈਨ ਹੋ ਗਿਆ, ਪਰ ਮੰਨ ਲਓ ਉਹ ਜਿਹੜਾ ਪਿੰਡ ਸੀਗਾ ਉਹਦੀ ਦੁਬਾਰਾ ਰੀਅਸੈਸਮੈਂਟ ਹੋ ਰਹੀ ਹੈ, ਜਿਹੜੇ ਪਿੰਡਾਂ ਦਾ ਮਾਮਲਾ ਅਸਾਈਨ ਕੀਤਾ ਗਿਆ ਸੀ ਕਿਸੇ ਵਿਅਕਤੀ ਨੂੰ, ਉਹਨਾਂ ਪਿੰਡਾਂ ਦੀ ਰੀਅਸੈਸਮੈਂਟ ਹੋ ਰਹੀ ਹੈ। ਰੀਅਸੈਸਮੈਂਟ ਦੇ ਕੋਈ ਖਰਚਾ ਸਰਕਾਰ ਦਾ ਹੋਇਆ, ਜਿਵੇਂ ਕਿ ਅਸੀਂ ਲੈਂਡ ਓਨਰਸ ਤਾਂ ਵਿਲੇਜ ਸੈਸ ਲਗਾ ਕੇ ਮਾਮਲਾ ਅਦਾ ਕਰ ਲਿਆ, ਕਲੈਕਟ ਕਰ ਲਿਆ। ਇੱਥੇ ਜਿਹੜਾ ਹੋਏਗਾ, ਜੇ ਕੁਝ ਰੀਅਸੈਸਮੈਂਟ ਕਰਨ ਦੀ ਖਾਤਰ ਕੋਈ ਸਰਕਾਰ ਦੇ ਡਿਊਜ਼ ਖਰਚ ਹੋਏ, ਸਰਕਾਰ ਦੀ ਕੋਈ ਪੇਮੈਂਟ ਖਰਚ ਹੋਈ, ਤਾਂ ਉਹਦੇ ਜਿਹੜੀ ਮਾਮਲਾ ਉਹਨੂੰ ਅਸਾਈਨ ਕੀਤਾ ਜਾਣਾ, ਉਹਦੇ ਵਿੱਚੋਂ ਡਿਡਕਸ਼ਨ ਕੀਤੀ ਜਾਵੇਗੀ, ਉਹਦੇ 'ਚੋਂ ਮਾਮਲਾ ਕੱਟ ਕਰਕੇ ਬਾਕੀ ਪੇਮੈਂਟ ਉਹਨੂੰ ਦਿੱਤੀ ਜਾਵੇਗੀ। ਠੀਕ ਹੈ ਜੀ। ਨੈਕਸਟ ਹੈ ਸੈਕਸ਼ਨ 149, ਇਹ 'ਚ ਕੀ ਹੈ, ਪੈਨਲਟੀ ਫਾਰ ਫੇਲਰ ਟੂ ਅਟੈਂਡ ਵਿਦਿਨ ਲਿਮਿਟਸ ਆਫ ਸਟੇਟ ਇਨ ਓਬੀਡੀਐਂਸ ਟੂ ਦਾ ਆਰਡਰ ਆਫ ਰੈਵਨਿਊ ਆਫਿਸਰ। ਜੇ ਕੋਈ ਰੈਵਨਿਊ ਆਫਿਸਰ ਵੱਲੋਂ ਕੋਈ ਆਰਡਰ ਭੇਜਿਆ ਜਾਂਦਾ ਕਿਸੇ ਵਿਅਕਤੀ ਨੂੰ, ਠੀਕ ਹੈ, ਸਮਨ ਭੇਜਿਆ ਜਾਂਦਾ ਹੈ ਵੀ ਤੁਸੀਂ ਇੰਨੀ ਤਰੀਕ ਨੂੰ ਇੰਨੇ ਵਜੇ ਫਲਾਨੀ ਕੋਰਟ ਦੇ ਵਿੱਚ, ਮੇਰੀ ਕੋਰਟ ਦੇ ਵਿੱਚ ਇੰਨੇ ਵਜੇ ਪੇਸ਼ ਹੋਣਾ ਹੈ, ਡੇਟ ਫਿਕਸ ਕੀਤੀ ਜਾਂਦੀ ਹੈ, ਤੇ ਉਹ ਵਿਅਕਤੀ ਸਮੇਂ ਸਿਰ ਉੱਥੇ ਨਹੀਂ ਪਹੁੰਚਦਾ, to attend at a certain time and place within the limits of the state in which he ordinarily resides, in which he holds, cultivates land, fails to comply with the requisition, he shall be liable to discretion। revenue officer ਦੀ discretion ਹੈ ਕਿ ਉਸ ਬੰਦੇ ਨੂੰ ਜਿਹੜੀ ਪੈਨਲਟੀ ਲਗਾਈ ਜਾ ਸਕਦੀ ਹੈ, ਕਿੰਨੀ, 50 ਰੁਪੀਜ਼, ਉਹਨੂੰ ਫਾਈਨ ਕੀਤਾ ਜਾ ਸਕਦਾ ਹੈ ਜੇ ਰੈਵਨਿਊ ਆਫਿਸਰ ਦੇ ਕਹੇ ਤੋਂ, ਉਹਦੇ ਸਮਨ ਭੇਜੇ ਤੋਂ ਕੋਈ ਵਿਅਕਤੀ ਉਹਦੀ ਕੋਰਟ ਦੇ ਵਿੱਚ ਨਿਯਤ ਸਮੇਂ ਤੇ ਪਹੁੰਚਦਾ ਨਹੀਂ ਹੈਗਾ, ਤਾਂ ਰੈਵਨਿਊ ਆਫਿਸਰ ਨੂੰ ਡਿਸਕ੍ਰਿਸ਼ਨ ਹੈਗੀ ਹੈ ਕਿ ਉਹਨੂੰ 50 ਰੁਪਏ ਤੱਕ ਦਾ ਜਿਹੜਾ ਫਾਈਨ ਹੈਗਾ ਲਗਾਇਆ ਜਾ ਸਕਦਾ ਹੈ। ਨੈਕਸਟ ਹੈ ਸੈਕਸ਼ਨ 150, ਪ੍ਰੀਵੈਂਸ਼ਨ ਆਫ ਇਨਕਰੋਚਮੈਂਟ ਔਨ ਕਾਮਨ ਲੈਂਡਸ। ਟਾਈਮ ਕਾਫੀ ਹੋ ਗਿਆ। ਇਹ ਜਿਹੜਾ ਚੈਪਟਰ ਹੈ ਜੀ ਅੱਜ ਦੀ ਡੇਟ 'ਚ ਖਤਮ ਨਹੀਂ ਹੋ ਸਕਦਾ, ਆਪਾਂ ਇੱਥੇ ਇਹਨੂੰ ਬੰਦ ਕਰਾਂਗੇ। ਲੈਂਡ ਰੈਵਨਿਊ ਐਕਟ ਨੂੰ ਸੈਕਸ਼ਨ 140 ਤੱਕ ਆਪਾਂ 149 ਤੱਕ ਆਪਾਂ ਕਰ ਚੁੱਕੇ ਹਾਂ ਜੀ, ਕਿਉਂਕਿ ਅੱਗੇ ਜਿਹੜੀਆਂ ਸੈਕਸ਼ਨਸ ਕਾਫੀ ਲੰਮੀਆਂ ਨੇ, 154 155 158 ਇਹਨੂੰ ਆਪਾਂ ਕੱਲ੍ਹ ਕਰਾਂਗੇ ਜੀ। ਲੈਂਡ ਰੈਵਨਿਊ ਐਕਟ ਦਾ ਚੈਪਟਰ ਜਿਹੜਾ ਹੈਗਾ ਲੈਕਚਰ ਹੈ ਮੈਂ ਇੱਥੇ ਬੰਦ ਕਰਕੇ ਹੁਣ ਆਪਾਂ ਉਰਦੂ ਨੂੰ ਰਿਵਾਈਜ਼ ਵੀ ਕਰਾਂਗੇ ਤੇ ਫਰਦਰ ਅੱਗੇ ਵੀ ਚੱਲਾਂਗੇ ਜੀ। ਓਕੇ ਅੱਜ ਪੈ ਜਾਏਗਾ ਜੀ। ਕੱਲ ਲੜਕੇ ਨਹੀਂ ਆਏ ਸੀਗੇ, ਉਹ ਐਡੀਟਿੰਗ ਨਹੀਂ ਪ੍ਰੋਪਰ ਹੋ ਪਾਈ ਵੀਡੀਓਜ਼ ਦੀ, ਇਸ ਕਰਕੇ ਹਾਂ ਕੱਲ ਸੰਡੇ ਸੀਗਾ, ਉਹ ਜਿਹੜੇ ਮੁੰਡੇ ਕੰਮ ਕਰਦੇ ਨੇ ਨਾ ਵੀਡੀਓਜ਼ ਤੇ ਉਹ ਨਹੀਂ ਆ ਪਾਏ ਹੈਗੇ, ਇਸ ਕਰਕੇ ਉਹ ਰਹਿ ਗਿਆ ਹੈਗਾ। ਅੱਜ ਉਹ ਆਉਣਗੇ ਤੇ ਅੱਜ माइक बंद करना प्लीज, माइक। सर एक क्वेश्चन सी। हाँ जी सर जिस तरह ये फाइन वगैरह ਜਿਹੜੇ ਹੈਗੇ ਲੱਗਦੇ ਸੀ ਉਸ ਵੇਲੇ, ਕਿਆ ਇਹ ਗੋਪ ਲੈਣ ਵਗੈਰਾ ਵਿੱਚ ਕ੍ਰਿਮੀਨਲ ਉਹਦੇ ਵਿੱਚ ਆਉਂਦੇ ਸੀ ਜਾਂ ਨਹੀਂ ਆਉਂਦੇ ਸੀ? देखो फाइन ਤਾਂ ਕ੍ਰਿਮੀਨਲ 'ਚ ਹੀ ਆਉਂਦਾ ਹੈ ਸਰ, ਇਹ ਤਾਂ ਬਹੁਤ ਵੱਡੀ ਜਿਹੜੀ ਹੈਗੀ ਸਜ਼ਾ ਵਾ, ਬਹੁਤ ਵੱਡੀ ਸਜ਼ਾ ਹੈ। ਕਿਸੇ ਨੂੰ ਫਾਈਨ, ਕਿਸੇ ਨੂੰ ਦੇਖੋ ਫਾਈਨ ਹੋ ਜਾਣਾ, ਦੈਟ ਇਜ਼ ਫਾਈਨ। ਫਾਈਨ ਤਾਂ ਫਾਈਨ ਹੀ ਹੈ, ਚਾਹੇ ਉਹ 10 ਰੁਪਏ ਦਾ ਚਾਹੇ ਉਹ 100 ਰੁਪਏ ਦਾ ਹੈ, ਠੀਕ ਹੈ। ਤੁਸੀਂ ਜਿਹੜਾ ਹੈਗਾ ਉਹ ਜੌਬ ਜਿਹੜੀ ਹੈਗੀ ਜੌਬ ਵਗੈਰਾ ਵੀ ਨਹੀਂ ਲੈ ਸਕਦੇ ਫਿਰ ਇਹਦਾ ਮਤਲਬ। ਹਾਂ ਦੇਖੋ ਫਾਈਨ ਤਾਂ ਫਾਈਨ ਹੈ ਨਾ ਜੀ। ਉਸ ਵੇਲੇ ਤਾਂ 10, ਉਸ ਵੇਲੇ 50 ਰੁਪਏ ਤਾਂ ਬਹੁਤ ਵੱਡੀ ਵੈਲਿਊ ਸੀਗੀ। ਅੱਜ ਦਾ 5000 ਰੁਪਏ ਦੇ ਬਰਾਬਰ ਹੋਏਗਾ ਉਸ ਵੇਲੇ ਦਾ। ਸਰ ਵੈਸੇ ਇਹਦੀ ਸਜ਼ਾਵਾਂ ਜਿਹੜੀਆਂ ਦੇਣੀਆਂ ਗਿਆ ਠੀਕ ਸੀ ਉਸ ਵੇਲੇ? ਦੇਖੋ ਪਤਾ ਕੀ ਹੈ, ਇਹ ਉਸ ਵੇਲੇ ਜਿਹੜਾ ਸਰਕਾਰ ਦਾ ਮੇਨ ਹੈਗਾ ਸੀਗਾ ਜਿਹੜਾ ਇਨਕਮ ਸੋਰਸ ਲੈਂਡ ਰੈਵਨਿਊ ਹੀ ਹੁੰਦਾ ਸੀਗਾ। ਲੈਂਡ ਰੈਵਨਿਊ ਦੀ ਤੋਂ ਬਗੈਰ ਸਰਕਾਰਾਂ ਨਹੀਂ ਸੀ ਚੱਲਦੀਆਂ ਉਸ ਵੇਲੇ। ਸਰਕੀ ਜਿਹੜੀ ਕਲੈਕਸ਼ਨ ਸੀਗੀ, ਜਿਵੇਂ ਆਪਾਂ ਕਹਿੰਦੇ ਆਪਾਂ ਸੁਣਦੇ ਨਹੀਂ ਆਪਾਂ ਪੁਰਾਣੇ ਬਜ਼ੁਰਗਾਂ ਤੋਂ ਵੀ ਹਾਲਾ ਤੇ ਪਾਲਾ ਕੋਲੋਂ ਨਹੀਂ ਲੰਘਦੇ, ਠੀਕ ਹੈ। ਹਾਂ ਇਹ ਚੀਜ਼ ਉਹਨਾਂ ਤੇ ਲਾਗੂ ਹੁੰਦੀਆਂ ਨੇ। ਇਹ ਇਦਾਂ ਦੀਆਂ ਸਜ਼ਾਵਾਂ, ਇਦਾਂ ਦੇ ਜਿਹੜੇ ਰਿਕਵਰੀ ਦੇ ਜਿਹੜੇ ਬਣਾਏ ਗਏ ਸੀ, ਸਖਤ ਕਾਨੂੰਨ ਬਣਾਏ ਗਏ ਸੀਗੇ, ਤਦੀ ਇਹ ਕਿਹਾ ਜਾਂਦਾ ਸੀ ਵੀ ਹਾਲਾ ਤੇ ਪਾਲਾ ਕੋਲੋਂ ਨਹੀਂ ਲੰਘਦੇ। ਸਰ ਇਹ ਤਾਂ ਇੱਕ ਨਾ ਬੜਾ
ਦੇਖੋ ਇਹ ਅੰਗਰੇਜ਼ਾਂ ਦੇ ਟਾਈਮ ਤੇ ਬਣੇ ਹੋਏ ਕਾਨੂੰਨ ਨੇ, ਠੀਕ ਹੈ। ਹੁਣ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਹੁਣ ਰਾਜ ਸਿਸਟਮ ਦਾ ਸਾਰੇ ਇਦਾਂ ਲਾਗੂ ਹੁੰਦਾ, ਹੁਣ ਕੋਈ ਰਾਜ ਹਾਂ। ਸਿਸਟਮ ਥੋੜਾ ਚੱਲ ਰਿਹਾ ਜੇ ਦੇਖਿਆ ਜਾਵੇ ਤਾਂ। ਹਾਂ ਫਿਰ ਹੁਣ ਜੇ ਦੇਖੋ ਉਹਦੇ ਵਿੱਚ ਜੇ ਹੁਣ ਰੈਵਨਿਊ ਆਫਿਸਰ ਨੇ ਕਿਸੇ ਨੂੰ ਬੁਲਾਇਆ, ਕਾਲ ਕੀਤਾ ਹੈ, ਜੇ ਹੁਣ ਉਹਦਾ ਰੈਵਨਿਊ ਆਫਿਸਰ ਹੀ ਨਹੀਂ ਸਮਝੇਗਾ, ਉਹਦੇ ਕਿਸੇ ਤੋਂ ਕੋਰਟ 'ਚ ਆਏਗਾ ਨਹੀਂ, ਤਾਂ ਫਿਰ ਰੈਵਨਿਊ ਆਫਿਸਰ ਕਾਹਦਾ ਆਏਗਾ, ਉਹਦੇ ਕੋਲ ਕੀ ਪਾਵਰ ਰਹਿ ਜਾਂਦੀ ਹੈ ਜੇ ਉਹਦੇ ਕੋਲ ਕੋਈ ਇਦਾਂ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ। ਚਾਵਲ ਦੇ ਅਧਿਕਾਰ ਬਹੁਤ ਵੱਡੇ। ਹਾਂਜੀ, ਫਰਕ ਤਾਂ ਇਹ ਆ ਨਾ ਜੀ ਵੀ ਜੇ ਉਸ ਵੇਲੇ ਬਣਾਇਆ ਸੀ ਤਾਂ ਲਾਗੂ ਹੁੰਦਾ ਸੀ, ਲਾਗੂ ਹੁੰਦਾ ਸੀਗਾ। ਐਸਐਸਪੀ ਬੁਲਾਈ ਜਾਵੇ ਤਾਂ ਨਹੀਂ ਬੰਦਾ ਜਾਂਦਾ। ਹਾਂ, ਲਾਗੂ ਹੁੰਦੇ ਸੀਗੇ। ਓਕੇ ਸਰ, ਓਕੇ, ਠੀਕ ਹੈ ਜੀ। ਸਰ ਜੀ ਉਰਦੂ ਦੀ ਬਾਤ हाँ जी, हाँ, उर्दू क्लास शुरू हो रही है जी।